देश दुनिया च वसदे पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सीनियर जर्नलिस्ट सरदार हमीर सिंह जी और सरदार जगतार सिंह जी। मैं जी आया आखदा। थैंक यू जी, शुक्रिया जी। श्रोमणी गुरुद्वारा प्रबंधक कमेटी वालों 72 घंटिया के एमरजेंसी नोटिस के उत्ते मीटिंग सद्दी गई है एग्जैक्टिव बॉडी की। क्यासराइयां लग रही ने, स्पैकुलेशनस ने कि सिंह साहब कार्यकारी जथेदार ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਵੱਖ ਕੀਤਾ ਜਾ ਸਕਦਾ ਜਾਂ ਉਹ ਆਪਣਾ ਚਾਰਜ ਛੱਡ ਸਕਦੇ ਆ ਤੇ ਕਿਸੇ ਨਵੇਂ ਜਥੇਦਾਰ ਦੀ ਨਿਯੁਕਤੀ ਹੋ ਸਕਦੀ ਹੈ, ਭਾਵੇਂ ਉਹਨਾਂ ਨੂੰ ਕਾਰਜਭਾਗ ਹੀ ਸੰਭਾਲਿਆ ਜਾਵੇ। ਇਹ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਦੇ ਵਿੱਚ ਖੂਬ ਚਰਚਾ ਬਟੋਰ ਰਹੀ ਹੈ ਖਬਰ। ਲੇਕਿਨ ਸਵਾਲ ਇਸ ਗੱਲ ਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲਗਾਤਾਰ 2 ਮਹੀਨੇ ਦੇ ਅੰਤਰਾਲ ਦੇ ਵਿੱਚ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਨਿਕਲ ਕੇ ਆ ਰਹੀਆਂ। ਕੀ ਸਾਰਿਆਂ ਨੂੰ ਖੁਸ਼ ਕਰਨ ਦੇ ਚੱਕਰ 'ਚ ਗਿਆਨੀ ਹਰਪ੍ਰੀਤ ਸਿੰਘ ਸਾਰਿਆਂ ਨੂੰ ਹੀ ਖੁਸ਼ ਨਹੀਂ ਕਰ ਪਾਏ? ਕੀ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਕਾਰਜਕਾਲ ਦੇ ਵਿੱਚ ਕੋਈ ਵੱਡੇ ਫੈਸਲੇ ਲੈਣ 'ਚ ਹਿਚਕਚਾਹਟ ਦਿਖਾਈ ਹੈ? ਕੀ ਹੁਣ ਉਹ ਕਿਸੇ ਧਿਰ ਨੂੰ ਵਾਰਾ ਨਹੀਂ ਖਾ ਰਹੇ? ਸ਼੍ਰੋਮਣੀ ਕਮੇਟੀ ਕਿਸੇ ਪ੍ਰਭਾਵੀ ਜਥੇਦਾਰ ਦੀ ਨਿਯੁਕਤੀ ਕਰਨਾ ਚਾਹੁੰਦੀ ਹੈ ਜਾਂ ਇਹ ਸਿਆਸੀ ਸਾਰਾ ਘਟਨਾਕ੍ਰਮ ਹੈ? ਦੂਜਾ ਮਾਮਲਾ ਕਾਫੀ ਅਹਿਮ ਆ। ਸਰਬਜੀਤ ਕੌਰ ਮਾਣੂਕੇ ਆਮ ਆਦਮੀ ਪਾਰਟੀ ਦੇ ਚੀਫ ਵਿਪ ਰਹੇ ਨੇ, ਦੂਜੀ ਵਾਰ ਵਿਧਾਇਕ ਨੇ। ਅੱਜ ਜੋ ਪ੍ਰੈਸ ਕਾਨਫਰੰਸ ਕਰਕੇ ਉਹ ਕੋਠੀ, ਜਿਹੜੀ ਕੋਠੀ ਦੱਬਣ ਦਾ ਰੌਲਾ ਪੈਂਦਾ ਰਿਹਾ, ਉਹਦੇ ਸੰਬੰਧੀ ਸਫਾਈ ਦੇ ਦਿੰਦੇ ਆ। ਜੇ ਕੋਠੀ ਛੱਡਣ ਤੋਂ ਬਾਅਦ ਦੱਬਣ ਵਾਲਾ ਮਾਮਲਾ ਮੁੱਕ ਜਾਂਦਾ ਹੈ ਤਾਂ ਕੀ ਇਹਦੇ ਵਿੱਚ ਅਖਲਾਕ ਨੈਤਿਕਤਾ ਦੀ ਗੱਲ ਨੂੰ ਜੋੜੀਏ ਜਾਂ ਨਾ ਜੋੜੀਏ? ਇਹ ਜੋੜਦੇ ਆ ਗੱਲ ਨੂੰ। ਅੱਜ ਪਹਿਲਵਾਨ ਕੁੜੀਆਂ ਦੇ ਨਜ਼ਰੀਏ ਤੋਂ ਅਹਿਮ ਖਬਰ ਆਈ ਜਦੋਂ ਇਹ ਕਿਹਾ ਗਿਆ ਕਿ ਉਹ ਪ੍ਰਧਾਨ ਜਿਹਦੇ ਤੇ ਕਈ ਦੋਸ਼ ਨੇ, ਕਥਿਤ ਦੋਸ਼ ਨੇ, ਉਹਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਉਹਦੇ ਵਿੱਚ ਕੀ ਆ ਤੇ ਕੀ ਨਹੀਂ ਪਾਇਆ ਗਿਆ, ਉਹ ਤੁਹਾਡੇ ਨਾਲ ਸਾਂਝ ਪਾਉਣੇ ਕਿ ਇਹ ਪਹਿਲਵਾਨ ਕੁੜੀਆਂ, ਉਹ ਕਿਸਾਨੀ ਧਿਰਾਂ ਜਿਹੜੀਆਂ ਉਹਨਾਂ ਲਈ ਸੰਘਰਸ਼ ਕਰ ਰਹੀਆਂ, ਸੈਟੀਸਫਾਈ ਹੋ ਜਾਣਗੀਆਂ। ਤੇ ਆਖਰ ਦੇ ਵਿੱਚ ਅਸੀਂ ਜਾਵਾਂਗੇ ਅਵਤਾਰ ਸਿੰਘ ਖੰਡਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਲਗਾਤਾਰ ਪੋਸਟ ਪਾ ਕੇ ਆਪਣਾ ਕੰਸਰਨ ਸ਼ੋ ਕਰਨ ਵਾਲਿਆਂ ਦਾ ਹੜ ਆਇਆ ਪਿਆ। ਇਸ ਮੌਤ ਨੂੰ ਵੱਖ-ਵੱਖ ਐਂਗਲ ਤੋਂ ਦੇਖਿਆ ਜਾ ਰਿਹਾ। ਅਵਤਾਰ ਸਿੰਘ ਖੰਡਾ ਬ੍ਰਿਟਨ ਦੇ ਵਿੱਚ ਸੀ, ਜਿਹੜੇ ਰੈਡੀਕਲ ਸੋਚ ਵਾਲੇ ਮੰਨੇ ਜਾ ਰਹੇ ਸੀਗੇ। ਇਹਦੇ ਉੱਤੇ ਸਰਦਾਰ ਜਗਤਾਰ ਸਿੰਘ ਹੋਣਾ ਤੋਂ ਇੱਕ ਟਿੱਪਣੀ ਲੈਂਦੇ ਆ ਕਿ ਅਸੀਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਸਰਦਾਰ ਜਗਤਾਰ ਸਿੰਘ ਹੋਰਾਂ ਤੋਂ ਹੀ ਕਿ ਕੀ ਇਹ ਜਿਹੜਾ 72 ਘੰਟਿਆਂ ਦੇ ਨੋਟਿਸ ਤੇ ਮੀਟਿੰਗ ਦਾ ਸੱਦਿਆ ਜਾਣਾ ਸਿਧਾਂਤਕ ਤੌਰ ਤੇ ਇਹਦੇ ਵਿੱਚ ਏਜੰਡਾ ਕੀ ਹੁੰਦਾ ਹੈ ਜਾਂ ਏਜੰਡਾ ਕਿਸ ਤਰ੍ਹਾਂ ਹੁੰਦਾ ਹੈ? ਕੀ ਕੋਈ ਏਜੰਡਾ ਸੱਦ ਕੇ ਮੌਕੇ ਤੇ ਨਵਾਂ ਏਜੰਡਾ ਪੇਸ਼ ਕੀਤਾ ਜਾ ਸਕਦਾ? ਤੇ ਜੇਕਰ ਏਜੰਡਾ ਪਹਿਲਾਂ ਨਿਰਧਾਰਿਤ ਕਰ ਲਿਆ ਗਿਆ ਤੇ ਉਹ ਕੀ ਏਜੰਡਾ ਹੈ, ਇਹਦੇ ਬਾਰੇ ਕੋਈ ਭਿਣਕ ਨਹੀਂ ਕੱਢੀ ਜਾ ਰਹੀ। ਜਿਵੇਂ ਆਮ ਤੌਰ ਤੇ ਮੰਨਿਆ ਜਾਂਦਾ ਕਿ ਵਿਧਾਨ ਸਭਾ ਦੇ ਸੈਸ਼ਨ ਬੁਲਾ ਲਏ ਜਾਂਦੇ ਨੇ ਗਵਰਨਰ ਤੋਂ ਇਹ ਕਹਿ ਕੇ ਕਿ ਅਸੀਂ ਇਸ ਮੁੱਦੇ ਤੇ ਆਉਣਾ, ਤੇ ਲਾਸਟ ਮੂਮੈਂਟ ਤੇ ਕੋਈ ਉਹਦੇ ਵਿੱਚ ਸਪਲੀਮੈਂਟਰੀ ਏਜੰਡਾ ਵੀ ਸ਼ਾਮਲ ਕਰਤਾ ਜਾਂਦਾ ਹੈ। ਕੀ ਸੱਚਮੁੱਚ ਅਕਾਲ ਤਖਤ ਤੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਟਾਏ ਜਾ ਰਹੇ ਨੇ? ਇਹ ਸਾਰੇ ਸਵਾਲ ਨੂੰ ਐਡਰੈਸ ਕਰਦੇ ਆ। ਸਰਦਾਰ ਜਗਤਾਰ ਸਿੰਘ ਜੀ ਸ਼ੁਰੂ ਕਰਿਓ। ਐਸਜੀਪੀਸੀ ਦਾ ਪ੍ਰੋਸੀਜਰ ਬੜਾ ਕਲੀਅਰ ਹੈ ਹਰ ਗੱਲ ਦੇ ਉੱਤੇ ਆ ਕੇ। ਜਿਵੇਂ ਸਰਕਾਰ ਦਾ ਕੰਮ ਹੁੰਦਾ ਹੈ, ਅੰਡਰ ਐਕਟ ਬੋਡੀ ਬਣੀ ਹੋਈ ਹੈ, ਸੰਵਿਧਾਨਕ ਬੋਡੀ ਹੈ, ਇਸ ਕਰਕੇ ਹਰ ਕੰਮ ਸੰਵਿਧਾਨ ਉਹਨਾਂ ਜਿਹੜੇ ਰੂਲਸ ਹੈਗੇ ਇਹਨਾਂ ਦੇ ਉਹਦੇ ਅਕੋਰਡਿੰਗਲੀ ਹੁੰਦਾ। ਐਸਜੀਪੀਸੀ ਦੀ ਜਿਹੜੀ ਐਵਰਜੈਂਟ ਮੀਟਿੰਗ ਹੈ ਐਗਜ਼ੈਕਟਿਵ ਦੀ ਬੜੀ ਰੇਅਰ ਹੁੰਦੀ ਹੈ। ਇਹਦੇ ਵਾਸਤੇ ਜਿਹੜਾ ਨੋਟਿਸ ਹੈ ਉਹ ਜਿਹੜਾ 72 ਘੰਟੇ ਹੁੰਦਾ ਹੈ ਤੇ ਨਾਲ ਜਿਹੜਾ ਇਹਦਾ ਸਿੰਗਲ ਪੁਆਇੰਟ ਏਜੰਡਾ ਹੁੰਦਾ। ਦੂਜੀ ਗੱਲ ਕੋਈ ਵੇਗ ਏਜੰਡਾ ਨਹੀਂ ਹੁੰਦਾ, ਏਜੰਡੇ ਦੇ ਵਿੱਚ ਲਿਖਿਆ ਹੁੰਦਾ ਵੀ ਕਰਨਾ ਕੀ ਹੈ ਤੇ ਉਹ ਮੀਟਿੰਗ ਸਿਰਫ ਉਸੇ ਪਾਰਟਿਕੂਲਰ ਏਜੰਡੇ ਤੇ ਹੀ ਹੋ ਸਕਦੀ ਹੈ। ਉਹਦੇ ਵਿੱਚ ਕੋਈ ਦੂਜਾ ਏਜੰਡਾ ਨਹੀਂ ਨਾਰਮਲ ਹੁੰਦਾ ਕਿ ਵਿਦ ਦੀ ਪਰਮਿਸ਼ਨ ਆਫ ਦੀ ਪ੍ਰੈਜ਼ੀਡੈਂਟ। ਇਸ ਜਿਹੜੀ ਐਵਰਜੈਂਟ ਮੀਟਿੰਗ ਹੈ ਇਹਦੇ ਵਿੱਚ ਟੈਕਨੀਕਲੀ ਪੋਸੀਬਲ ਨਹੀਂ ਤੇ ਇਹ ਸਿੰਗਲ ਪੁਆਇੰਟ ਏਜੰਡਾ ਹੁੰਦਾ ਹੈ ਤੇ ਕਿਸੇ ਖਾਸ ਮੌਕੇ ਤੇ ਹੀ ਇਹ ਮੀਟਿੰਗ ਬੁਲਾਈ ਜਾਂਦੀ। ਹੁਣ ਜੇ ਇਹਨਾਂ ਨੇ ਬੁਲਾਈ ਹੈ ਇਹਦਾ ਮਤਲਬ ਕਿ ਕੋਈ ਮੇਜਰ ਫੈਸਲਾ ਹੁਣ ਆ ਰਿਹਾ ਹੈ। ਪਿਛਲਾ ਮੈਨੂੰ ਯਾਦ ਹੈ ਇੱਕ 72 ਘੰਟੇ ਵਾਲੀ ਮੀਟਿੰਗ ਜਦੋਂ ਭਾਈ ਰਣਜੀਤ ਸਿੰਘ ਨੂੰ ਹਟਾ ਕੇ ਨਵਾਂ ਜਥੇਦਾਰ ਲਾਉਣਾ ਸੀ। ਬੀਬੀ ਜਗੀਰ ਕੌਰ ਸੀ ਉਦੋਂ ਪ੍ਰਧਾਨ ਬਣੇ, ਟੌੜਾ ਸਾਹਿਬ ਨੂੰ ਹਟਾ ਦਿੱਤਾ ਗਿਆ ਸੀ ਪ੍ਰਧਾਨਗੀ ਤੋਂ। ਤੇ ਉਹਦੇ ਵਿੱਚ ਮੀਟਿੰਗ ਦੇ ਵਿੱਚ ਇਹਨਾਂ ਨੇ ਗਿਆਨੀ ਮੋਹਨ ਸਿੰਘ ਉਦੋਂ ਹੈੱਡ ਗ੍ਰੰਥੀ ਸੀਗੇ ਦਰਬਾਰ ਸਾਹਿਬ ਦੇ, ਉਹਨਾਂ ਨੂੰ ਜਥੇਦਾਰ ਅਕਾਲ ਤਖਤ ਨਿਯੁਕਤ ਕਰਨ ਦਾ ਫੈਸਲਾ ਲੈ ਲਿਆ। ਮੀਟਿੰਗ ਖਤਮ ਹੋ ਗਈ। ਸ਼ਾਮ ਨੂੰ ਗਿਆਨੀ ਮੋਹਨ ਸਿੰਘ ਨੇ ਅਨਾਉਂਸਮੈਂਟ ਕਰਤੀ ਕਿ ਮੈਂ ਇਹ ਪਦਵੀ ਦੇ ਕਾਬਲ ਨਹੀਂ। ਉਹ ਪਿੱਛੇ ਹਟ ਗਏ
ਤੇ ਇਹਨਾਂ ਨੇ ਉਹੀ ਮੀਟਿੰਗ ਫਿਰ ਕੰਟੀਨਿਊ ਕਰ ਲਈ। ਫਿਰ ਇਹ ਸ਼ਾਇਦ ਸਰਕਟ ਹਾਊਸ ਬੈਠੇ ਸੀਗੇ ਤੇ ਦੁਬਾਰਾ ਰਜਿਸਟਰ ਤੇ ਉਹ ਚੜਾਤਾ। ਉਹਦਾ ਰੌਲਾ ਪੈ ਗਿਆ ਸੀਗਾ ਕਿ ਇਹ ਮੀਟਿੰਗ ਦੁਬਾਰਾ ਨਹੀਂ ਹੋ ਸਕਦੀ ਜੀ ਤੇ ਇਹ ਪ੍ਰੋਸੀਜਰਲ ਲੈਪਸ ਹੋਈ ਸੀ। ਫਿਰ ਇਹ ਚੈਲੰਜ ਵੀ ਕੀਤਾ ਗਿਆ ਸੀ, ਸਾਰਾ ਲੰਬਾ ਚੌੜਾ ਪ੍ਰੋਸੈਸ ਚੱਲਿਆ ਸੀਗਾ। ਸੋ ਇਹ ਜਿਹੜੀ 72 ਘੰਟੇ ਵਾਲੀ ਮੀਟਿੰਗ ਹੈ ਬਹੁਤ ਸਿਗਨੀਫਿਕੈਂਟ ਹੁੰਦੀ ਹੈ ਤੇ ਖਾਸ ਇਸ਼ੂ ਨੂੰ ਲੈ ਕੇ ਬੁਲਾਈ ਜਾਂਦੀ ਹੈ ਤੇ ਉਸੇ ਇਸ਼ੂ ਤੇ ਹੀ ਫੈਸਲਾ ਹੁੰਦਾ ਹੈ। ਹੁਣ ਜਿਹੜੀ ਸਪੈਕੂਲੇਸ਼ਨ ਹੈ, ਮੈਂ ਕਹਿੰਦਾ ਜੇ ਸਪੈਕੂਲੇਸ਼ਨ ਤਾਂ ਅੱਗੇ ਵੀ ਚੱਲੀ ਸੀ ਮਹੀਨਾ ਕੁ ਪਹਿਲਾਂ, ਜਦੋਂ ਪਿਛਲੀ ਮੀਟਿੰਗ ਸੀ ਐਗਜ਼ੈਕਟਿਵ ਦੀ ਕਿ ਜਥੇਦਾਰ ਅਕਾਲ ਤਖਤ ਦੀ ਨਿਯੁਕਤੀ ਨੂੰ ਲੈ ਕੇ ਇਹ ਇਸ਼ੂ ਸਾਹਮਣੇ ਆਏਗਾ ਤੇ ਉਦੋਂ ਇਹ ਵੀ ਖਬਰਾਂ ਛਪ ਗਈਆਂ ਵੀ ਕਿਹੜੇ ਕਿਹੜੇ ਨਾਵਾਂ ਦੀ ਚਰਚਾ ਹੋ ਰਹੀ ਹੈ ਔਰ ਕਿਹਨਾਂ ਕਿਹਨਾਂ ਨੂੰ ਅਪਰੋਚ ਕੀਤਾ ਗਿਆ ਹੈ। ਜੀ ਤੇ ਇਹ ਵੀ ਪ੍ਰੈਸ਼ਰ ਪਿਆ, ਸੁਣਿਆ ਵੀ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਤੇ ਜਿਹੜੇ ਇਸ ਵੇਲੇ ਐਕਟਿੰਗ ਜਥੇਦਾਰ ਅਕਾਲ ਤਖਤ ਦੇ ਤੇ ਤਲਵੰਡੀ ਸਾਬੋ ਦੇ ਰੈਗੂਲਰ ਜਥੇਦਾਰ ਹੈ, ਤੋ ਇਹ ਸੁਣਿਆ ਕਿ ਇਹ ਵੀ ਵਿਚਾਰ ਕਰ ਰਹੇ ਸੀ ਕਿ ਬੈਟਰ ਹੈ ਕਿ ਉਸ ਤੋਂ ਪਹਿਲਾਂ ਮੈਂ ਰਿਜ਼ਾਈਨ ਕਰ ਦਿਆਂ। ਫਿਰ ਇਹ ਸੁਣਿਆ ਕਿ ਇਹਨਾਂ ਨੂੰ ਵਿਸ਼ਵਾਸ ਦਿਵਾਏਗਾ ਸੀ ਕਿਸੇ ਕੁਆਟਰ ਤੋਂ ਤੇ ਕਿ ਤੁਹਾਡੇ ਮਾਮਲੇ ਤੇ ਸੁਖਬੀਰ ਸਿੰਘ ਬਾਦਲ ਚਾਹੁੰਦੇ ਨਹੀਂ ਹਜੇ ਕਿ ਚੇਂਜ ਕੀਤਾ ਜਾਵੇ। ਇਸ ਕਰਕੇ ਉਸ ਦਿਨ ਇਹਨਾਂ ਨੇ ਰਿਜ਼ਾਈਨ ਨਹੀਂ ਸੀ ਕੀਤਾ। ਮੈਨੂੰ ਪੱਕਾ ਨਹੀਂ ਪਤਾ, ਲੇਕਿਨ ਜਿਹੜੀ ਗੱਲ ਮੇਰੇ ਕੋਲ ਆਈ ਸੀ ਉਹ ਇਹ ਸੀ ਕਿ ਇਹਨਾਂ ਨੂੰ ਡਾਇਰੈਕਟਲੀ ਇਨਡਾਇਰੈਕਟਲੀ ਇਹ ਕਨਵੇ ਕੀਤਾ ਗਿਆ ਵੀ ਤੁਹਾਡਾ ਮਸਲਾ ਅਜੇ ਐਗਜ਼ੈਕਟਿਵ ਦੇ ਵਿੱਚ ਨਹੀਂ। ਲੇਕਿਨ ਜਿਹੜੀ ਬਾਅਦ ਦੇ ਵਿੱਚ ਗੱਲ ਪਤਾ ਲੱਗੀ ਉਹ ਇਹ ਵੀ ਸੀ ਕਿ ਜਿਨ੍ਹਾਂ 3 ਜਥੇਦਾਰਾਂ ਨੂੰ ਇਹਨਾਂ ਨੇ ਅਪਰੋਚ ਕੀਤਾ ਸੀਗਾ ਉਹਨਾਂ 'ਚੋਂ ਕੋਈ ਵੀ ਇਹ ਜ਼ਿੰਮੇਵਾਰੀ ਸਾਂਭਣ ਨੂੰ ਤਿਆਰ ਨਹੀਂ ਸੀ। ਇਸ ਕਰਕੇ ਫਿਲਹਾਲ ਉਹ ਮਸਲਾ ਟਲ ਗਿਆ ਸੀਗਾ। ਇੱਕ ਗੱਲ ਬੜੀ ਸਾਫ਼ ਹੈ ਕਿ ਇੰਨੀ ਦੇਰ ਐਕਟਿੰਗ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਤੋਂ ਬਿਨਾਂ ਹੋਰ ਕੋਈ ਨਹੀਂ ਰਿਹਾ। ਇਹ ਆਪਣੇ ਆਪ ਦੇ ਵਿੱਚ ਹੀ ਜਿਹੜੀ ਫੰਕਸ਼ਨਿੰਗ ਹੈ ਅਕਾਲ ਤਖਤ ਦੇ ਜਥੇਦਾਰ ਦੀ ਵੀ ਤੇ ਸ਼੍ਰੋਮਣੀ ਕਮੇਟੀ ਦੀ ਵੀ, ਦੋਵਾਂ ਤੇ ਹੀ ਕੁਐਸਚਨ ਮਾਰਕ ਹੈ। ਅਸਲੀ ਪ੍ਰੋਬਲਮ ਕੀ ਹੈ, ਮੈਂ ਉੱਥੇ ਆਉਣ ਲੱਗਿਆ 1 ਮਿੰਟ ਦੇ ਵਿੱਚ। ਸਿੱਖਾਂ ਦੇ 2 ਸਭ ਤੋਂ ਮਹੱਤਵਪੂਰਨ ਸੰਸਥਾਵਾਂ ਤੇ ਯੂਨੀਕ ਹੈ ਵਰਲਡ ਦੇ ਵਿੱਚ। ਇਹਨਾਂ ਦੇ ਨਾਲ ਦੀ ਐਗਜ਼ਾਮਪਲ ਤੁਹਾਨੂੰ ਦੁਨੀਆ ਦੇ ਵਿੱਚ ਹੋਰ ਕਿਤੇ ਨਹੀਂ ਮਿਲਦੀ, ਨਾ ਹੀ ਐਸਜੀਪੀਸੀ ਦੀ ਤੇ ਨਾ ਹੀ ਅਕਾਲ ਤਖਤ ਦੀ। ਜੀ ਇਹਨਾਂ ਦਾ ਰੁਤਬਾ ਬਹੁਤ ਵੱਡਾ ਹੈ, ਪ੍ਰਧਾਨ ਦਾ ਵੀ ਤੇ ਜਥੇਦਾਰ ਅਕਾਲ ਤਖਤ ਦਾ ਵੀ। ਦੁਖਾਂਤ ਇਹ ਹੈ ਕਿ ਪਿਛਲੇ ਕਾਫੀ ਸਾਲਾਂ ਤੋਂ ਜਿਹੜੇ ਲੋਕ ਇਹਨਾਂ ਅਹੁਦਿਆਂ ਤੇ ਬਿਠਾਏ ਜਾਂਦੇ ਹੈ ਉਹਨਾਂ ਦਾ ਕੱਦ ਉਹਨਾਂ ਰੁਤਬੇ ਦੇ ਬਰਾਬਰ ਨਹੀਂ ਹੁੰਦਾ। ਉੱਥੇ ਸਾਰੀ ਗੜਬੜ ਹੋ ਰਹੀ ਹੈ। ਇਸੇ ਕਰਕੇ ਇਹ ਸੰਸਥਾਵਾਂ ਕੰਟਰੋਵਰਸੀ ਦੇ ਘੇਰੇ 'ਚ ਆਉਂਦੀਆਂ ਰਹੀਆਂ ਔਰ ਖਾਸ ਕਰਕੇ 2015 ਬਰਗਾੜੀ ਉਸ ਮਾਮਲੇ ਨੂੰ ਲੈ ਕੇ ਹੁਣ ਤੱਕ ਜਿਹੜਾ ਇਹਨਾਂ ਦੋਵਾਂ ਸੰਸਥਾਵਾਂ ਦਾ ਰੋਲ ਹੈ ਉਹ ਤੇ ਕੁਐਸਚਨ ਮਾਰਕ ਲੱਗਿਆ ਹੋਇਆ ਹੈ। ਤੇ ਉਹਦੇ 'ਚ ਮੈਂ ਕਹਿਣਾ ਹੁੰਦਾ ਕਿ ਹਰ ਲੈਵਲ ਤੇ ਇਹ ਸੰਸਥਾਵਾਂ ਵੀ ਗੁਨਾਹਗਾਰ ਹੈਗੀ ਜੋ ਕੁਝ ਹੋਇਆ। ਤੇ ਮੈਂ ਤਾਂ ਅੱਗੇ ਇਹ ਵੀ ਕਹਿਣਾ ਹੁੰਦਾ ਕਿ ਇਹਨਾਂ ਸਾਰਿਆਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਸਾਡਾ ਤਾਂ ਕੱਦ ਬਹੁਤ ਛੋਟਾ ਹੈ ਗੱਲ ਕਹਿਣ ਦਾ, ਜਥੇਦਾਰ ਅਕਾਲ ਤਖਤ ਦੇ ਬਾਰੇ ਗੱਲ ਕਹੀ ਜਾਵੇ, ਲੇਕਿਨ ਜਿੱਥੇ ਇਹ ਗੱਲ ਲਿਆ ਕੇ ਖੜੀ ਹੋਊਗੀ ਜਦ ਤੱਕ ਅਸੀਂ ਗੱਲ ਨਹੀਂ ਕਰਾਂਗੇ ਇਹ ਜਿਹੜੀਆਂ ਕੰਟਰੋਵਰਸੀਜ਼ ਹੈ ਇਹ ਨਹੀਂ ਠੱਲਣਗੀਆਂ। ਕਿਤੇ ਡਿਬੇਟ ਤਾਂ ਹੋਣੀ ਚਾਹੀਦੀ ਹੈ ਨਾ, ਸਾਡੀ ਡਿਬੇਟ ਹੈ, ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲ ਰਹੇ। ਇਹ ਸਿੱਖ ਇਸ਼ੂ ਸੇ ਅਸੀਂ ਜੋ ਕੁਝ ਹੋ ਰਿਹਾ ਹੈ ਉਹਦੇ ਬਾਰੇ ਗੱਲ ਕਰ ਰਹੇ ਹਾਂ ਤੇ ਸਾਰੀ ਕਮਿਊਨਿਟੀ ਨੂੰ ਇਹਦੇ ਬਾਰੇ ਵਿਚਾਰ ਚਰਚਾ ਕਰਨੀ ਚਾਹੀਦੀ, ਹੋਈ ਵੀ ਹੈ। ਸੋ ਮੈਂ ਉਸ ਸੰਦਰਭ ਦੇ ਵਿੱਚ ਇਸ 72 ਘੰਟੇ ਦੀ ਮੀਟਿੰਗ ਦੀ ਗੱਲ ਕਰ ਰਿਹਾ। ਜੇ ਹੁਣ ਨਵੇਂ ਅਪਾਰਟਮੈਂਟ ਕਰਨੀ ਹੈ, ਇਸ਼ੂ ਸਿਰਫ ਅਪਾਰਟਮੈਂਟ ਦਾ ਨਹੀਂ, ਬੇਸਿਕ ਇਸ਼ੂ ਜਿਹੜੀ ਇਹਨਾਂ ਦੋਵਾਂ ਸੰਸਥਾਵਾਂ ਦੀ ਆਟੋਨਮੀ ਦੀ ਗੱਲ ਹੈ, ਸੰਸਥਾਵਾਂ ਦੀ ਇਹਨਾਂ ਦੀ ਫੰਕਸ਼ਨਿੰਗ ਦੀ ਗੱਲ ਹੈ। ਅਸੀਂ ਨਾਰੇ ਤਾਂ ਫੈਡਰਲਿਜ਼ਮ ਦੇ ਦਿੰਦੇ ਹਾਂ ਤੇ ਆਟੋਨਮੀ ਦੇ ਦਿੰਦੇ ਹਾਂ, ਲੇਕਿਨ ਦੋਵੇਂ ਜਿਹੜੀਆਂ ਸੰਸਥਾਵਾਂ ਹੈ ਇਹ ਤਾਂ ਕੈਪਟਿਵ ਹੈ। ਸੋ ਇੱਕ ਤਾਂ ਇਹ ਆਜ਼ਾਦ ਹੋਣੀਆਂ ਚਾਹੀਦੀਆਂ ਸੰਸਥਾਵਾਂ। ਉਸ ਤੋਂ ਬਾਅਦ ਪੰਥ ਦੀ ਮਰਜ਼ੀ ਨਾਲ ਇਹ ਖਾਸ ਕਰਕੇ ਜਿਹੜਾ ਜਥੇਦਾਰ ਅਕਾਲ ਤਖਤ ਹੈ ਉਹ ਪੰਥ ਦੀ ਮਰਜ਼ੀ ਨਾਲ ਕੰਸੈਂਸਸ ਬਣਾ ਕੇ ਇਵਾਲਵ ਕਰਕੇ ਲੱਗਣੇ ਚਾਹੀਦੇ ਹੈ। ਪਹਿਲਾਂ ਥੋੜਾ ਜਿਹਾ ਪ੍ਰੋਸੀਜਰ ਇੱਕ ਸੀ ਫਾਲੋ ਕਰ ਲਿਆ ਜਾਂਦਾ ਸੀ। ਐਸਜੀਪੀਸੀ ਬਾਕੀ ਸਿੱਖ ਸੰਸਥਾਵਾਂ ਦਾ ਓਪੀਨੀਅਨ ਲੈ ਲਿਆ ਕਰਦੇ ਸੀ ਕਿਸੇ ਵੇਲੇ, ਪੁਰਾਣੀ ਰਵਾਇਤ ਹੈ। ਅਪਾਇੰਟਮੈਂਟ ਇਸੇ ਕਰਕੇ ਕੋਈ ਕਦੇ ਕੰਟਰੋਵਰਸ਼ਲ ਨਹੀਂ ਸੀ ਹੁੰਦੀ ਤੇ ਜਥੇਦਾਰ ਦੀ ਆਟੋਨਮੀ ਵੀ ਹੁੰਦੀ ਸੀਗੀ। ਸਾਡੇ ਦੇਖਦਿਆਂ ਇਹ ਡਾਊਨਫਾਲ ਆਇਆ ਸਾਰੀ ਸਿਚੁਏਸ਼ਨ ਦੇ ਵਿੱਚ, ਖਾਸ ਕਰਕੇ 99 ਤੋਂ ਬਾਅਦ। ਸੋ ਜੇ ਹੁਣ ਮੀਟਿੰਗ ਬੁਲਾਈ ਗਈ ਹੈ ਤੇ ਮੇਰੇ ਖਿਆਲ ਦੇ ਵਿੱਚ ਮੀਟਿੰਗ ਅਹਿਮ ਹੈ, ਕਿਉਂਕਿ ਇਹ ਸਿੰਗਲ ਪੁਆਇੰਟ ਏਜੰਡੇ ਤੇ ਹੀ ਮੀਟਿੰਗ ਹੋ ਸਕਦੀ ਹੈ।
ਸਰਦਾਰ ਹਮੀਤ ਸਿੰਘ ਜੀ, ਮੁੱਢਲੇ ਤੌਰ ਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗਾ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੇ ਇਸ ਦੌਰ ਦੇ ਵਿੱਚ, ਇਹ ਲੰਬਾ ਪੀਰੀਅਡ ਉਹਨਾਂ ਦਾ ਰਿਹਾ, ਉਹਦੇ ਵਿੱਚ ਕੋਈ ਫੈਸਲਾਕੁਨ ਨਹੀਂ ਹੋ ਸਕੇ, ਔਰ ਜੇਕਰ ਕੋਈ ਵਿਅਕਤੀ ਦੇਰ ਤੋਂ ਸਿਰਫ ਤੇ ਸਿਰਫ ਮੀਟਿੰਗਾਂ ਦੇ ਵਿੱਚ ਹੀ ਆਪਣੇ ਆਪ ਨੂੰ ਰਜੇਵਾਂ ਸਮਝ ਕੇ ਅੱਗੇ ਵਧ ਰਿਹਾ ਹੋਵੇ, ਔਰ ਬਹੁਤ ਸਾਰੇ ਕੰਟਰੋਵਰਸ਼ੀਅਲ ਮਾਮਲੇ ਉਵੇਂ ਦੇ ਉਵੇਂ ਹੋਣ, ਔਰ ਇਸ ਵੇਲੇ ਜਿੰਨੀ ਸਥਿਤੀ ਸਿੱਖ ਕੌਮ ਦੇ ਨਜ਼ਰੀਏ ਤੋਂ ਸੰਗਠਿਤ ਰੂਪ ਦੇ ਵਿੱਚ ਬਿਖਰੀ ਹੈ, ਜਿੰਨਾ ਖੰਡਰਾ ਆਇਆ, ਜਿੰਨਾ ਅਕਾਲੀ ਦਲ ਕਮਜ਼ੋਰ ਹੋਇਆ, ਜਿੰਨੀਆਂ ਸੰਸਥਾਵਾਂ ਤੇ ਇਲਜ਼ਾਮ ਲੱਗੇ ਨੇ, ਦੋਸ਼ ਪ੍ਰਤੀ ਦੋਸ਼ ਹੋਏ ਨੇ, ਸਿੰਘ ਸਾਹਿਬ ਦਾ ਰੋਲ ਕੋਈ ਬਹੁਤ ਪ੍ਰਭਾਵੀ ਨਹੀਂ ਵੇਖਿਆ ਗਿਆ। ਕੀ ਹੁਣ ਸਮਾਂ ਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੇ ਆਪ ਲਾਂਭੇ ਹੋ ਜਾਣਾ ਚਾਹੀਦਾ? ਜੇ ਸ਼੍ਰੋਮਣੀ ਕਮੇਟੀ 72 ਘੰਟੇ ਦੇ ਨੋਟਿਸ ਤੇ ਸਿਰਫ ਇਸੇ ਏਜੰਡੇ ਤੇ ਕੰਮ ਕਰਨ ਲੱਗੀ ਹੈ, ਜਿਹਦੇ ਬਾਰੇ ਅਸੀਂ ਹੁਣ ਕੋਈ ਦਾਅਵਾ ਨਹੀਂ ਕਰ ਰਹੇ ਕਿ ਸੱਚਮੁੱਚ ਇਸ ਵਿਸ਼ੇ ਤੇ ਉਹਨਾਂ ਨੇ ਮੀਟਿੰਗ ਸੱਦੀ ਹੈ, ਤਾਂ ਫਿਰ ਕੀ ਗਿਆਨੀ ਹਰਪ੍ਰੀਤ ਸਿੰਘ ਦਾ ਉਸ ਤੋਂ ਪਹਿਲਾਂ ਵਨ ਲਾਈਨਰ ਚਾਰਜ ਛੱਡਣ ਸੰਬੰਧੀ ਸੰਦੇਸ਼ ਆ ਸਕਦਾ, ਨੋਟ ਆ ਸਕਦਾ, ਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਆਨਨ ਫਾਨਨ 72 ਘੰਟਿਆਂ ਦੇ ਵਿੱਚ ਕੋਈ ਨਵਾਂ ਕਾਰਜਕਾਰੀ ਜਥੇਦਾਰ ਕੰਮਕਾਜ ਚਲਾਉਣ ਲਈ ਉਹਨਾਂ ਦੀ ਜਗ੍ਹਾ ਅਪਾਇੰਟ ਕਰ ਸਕਦੀ ਹੈ? ਅਸਲ ਦੇ ਵਿੱਚ ਕਾਫੀ ਲੰਮਾ ਸਮਾਂ, ਲਗਭਗ ਅਕਤੂਬਰ 2018 ਚ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਉਹਨਾਂ ਨੇ ਚਾਰਜ ਸੰਭਾਲਿਆ। ਲਗਭਗ ਪੌਣੇ 5 ਸਾਲ ਹੋ ਗਏ ਨੇ ਪੂਰੇ, ਜੇਕਰ ਆਪਾਂ ਗੱਲ ਕਰੀਏ। ਔਰ 2017 ਦੇ ਵਿੱਚ, ਅਪ੍ਰੈਲ 2017 ਚ ਉਹਨਾਂ ਨੂੰ ਚਾਰਜ ਦਿੱਤਾ ਗਿਆ ਸੀ ਤਲਵੰਡੀ ਸਾਬੋ ਦੇ ਜਥੇਦਾਰ ਦਾ। ਇੱਕ ਹੈ ਕਾਰਜਕਾਰੀ ਜਥੇਦਾਰ, ਇੱਕ ਰੈਗੂਲਰ। ਮੈਨੂੰ ਇਹ ਲੱਗਦਾ ਕਿ ਟੈਕਨੀਕੈਲਿਟੀ ਜੋ ਹੈ ਸਾਡੇ ਰਿਲੀਜਨ ਮਾਮਲੇ ਚ, ਹੋ ਸਕਦਾ ਜਿਵੇਂ ਸਰਕਾਰੀ ਤੰਤਰ ਹੁੰਦਾ ਨਾ ਵੀ ਕਾਰਜਕਾਰੀ ਉਹਦਾ ਗ੍ਰੇਡ ਜਿਹੜਾ ਪੇ ਗ੍ਰੇਡ ਹੈ, ਜੇ ਕਾਰਜਕਾਰੀ ਹੈ ਤਾਂ ਮਤਲਬ ਉਹਨੂੰ ਰੈਗੂਲਰ ਪ੍ਰਮੋਟ ਨਹੀਂ ਕੀਤਾ, ਉਹ ਨਹੀਂ ਮਿਲੇਗਾ, ਇਸ ਕਰਕੇ ਉਹ ਰੈਗੂਲਰ ਮੰਨਿਆ ਜਾਂਦਾ, ਰੈਗੂਲਰ ਰਹੇਗਾ। ਜਿਵੇਂ ਡੀਜੀਪੀ ਜਾਂ ਬਾਕੀ ਦੇ ਕਿਸੇ ਨੂੰ ਤੁਸੀਂ ਲਾ ਦਿੰਦੇ ਹੋ। ਇੱਥੇ ਮੈਨੂੰ ਲੱਗਦਾ ਇੱਕ ਫਾਈਨੈਂਸ਼ੀਅਲ ਜਾਂ ਇਹਨਾਂ ਚੀਜ਼ਾਂ ਦਾ ਤਾਂ ਕੋਈ ਮਤਲਬ ਨਹੀਂ, ਇੱਕ ਸੰਕੇਤਕ ਮਤਲਬ ਹੁੰਦਾ। ਸੰਕੇਤਕ ਮਤਲਬ ਇਹ ਹੁੰਦਾ, ਰੈਗੂਲਰਿਟੀ ਦਾ ਵੀ ਕੋਈ ਮਤਲਬ ਨਹੀਂ। ਜੇ ਐਜੀਪੀਸੀ ਨੇ ਉਹਨੂੰ ਕਹਿਣਾ ਵੀ ਤੂੰ ਚੱਲ ਘਰ ਨੂੰ ਚੱਲ ਜਾਏਗਾ, ਤੇ ਜੇ ਕਾਰਜਕਾਰੀ ਨੂੰ ਕਹਿਣਾ ਤਾਂ ਉਹਨੇ ਵੀ ਚੱਲ ਜਾਣਾ। ਕੋਈ ਬਹੁਤ ਜ਼ਿਆਦਾ ਫਰਕ ਵਾਲੀ ਗੱਲ ਨਹੀਂ ਹੈ, ਮਤਲਬ ਜਿਹੜਾ ਉਸ ਲੈਵਲ ਦੇ ਉੱਤੇ ਹੈ। ਇਹ ਲਗਭਗ ਉਹ ਜਿਹਾ ਕੰਮ ਹੈ ਪ੍ਰੈਕਟੀਕਲੀ ਜਿਵੇਂ ਕੰਟਰੈਕਟ ਜੌਬ ਦਾ ਇੱਕ ਸਿਸਟਮ ਬਣਾਤਾ ਅਸੀਂ ਹੁਣ ਤੱਕ, ਜਿਹੜਾ ਲਗਾਤਾਰ ਬਣਿਆ ਹੋਇਆ ਉਸ ਪੱਧਰ ਦੇ ਉੱਤੇ। ਔਰ ਪਰ ਨਾਲ ਦੀ ਨਾਲ ਇਹ ਕਿ ਇੰਨੇ ਸਮੇਂ 'ਚ ਬਹੁਤ ਸਾਰੀਆਂ ਚੀਜ਼ਾਂ ਹੋ ਚੁੱਕੀਆਂ ਨੇ, ਗੱਲਾਂ ਹੋ ਚੁੱਕੀਆਂ ਨੇ। ਉਦੋਂ ਬਾਅਦ ਇਹ ਜਦੋਂ ਜਥੇਦਾਰ ਬਣੇ ਤਾਂ ਕਿੰਨੀਆਂ ਲੈਗੇਸੀ 'ਚ ਇਹਨਾਂ ਨੂੰ ਕਿੰਨੀਆਂ ਗੱਲਾਂ ਮਿਲੀਆਂ ਸੀ ਉਸ ਲੈਵਲ ਦੇ ਉੱਤੇ। ਉਹਦੇ 'ਚ ਬਰਗਾੜੀ ਦੇ ਮਾਮਲੇ ਵੀ, ਉਹ 'ਚ ਡੇਰਾ ਸੱਚਾ ਸੌਦਾ ਦੇ ਮਾਮਲੇ ਵੀ, ਉਹਨਾਂ ਨਾਲ ਕੰਟਰਾਸਟ ਵੀ, ਤੇ ਉਹ ਸਾਰੀਆਂ ਚੀਜ਼ਾਂ ਲਗਾਤਾਰ। ਤੇ ਫਿਰ ਉਹਦੇ ਦੌਰਾਨ ਇਦੋਂ ਪਹਿਲਾਂ ਹੀ ਇਹ ਵੀ ਵਾਪਰ ਗਿਆ ਸੀ ਕਿ ਕਿਵੇਂ ਸਿੰਘ ਸਾਹਿਬਾਨ ਨੂੰ ਬੁਲਾ ਕੇ ਮਾਫੀ ਵੀ ਹੋ ਗਈ, ਮਾਫੀ ਤੋਂ ਬਾਅਦ ਐਸਜੀਪੀਸੀ ਦੀ ਵੀ ਇਨਵੋਲਵਮੈਂਟ, ਉਹ ਸਾਰੀਆਂ ਚੀਜ਼ਾਂ। ਔਰ ਮੇਰਾ ਖਿਆਲ ਹੈ ਕਾਰਜਕਾਰੀ ਚਾਰਜ ਦਿੱਤਾ ਵੀ ਇਸੇ ਕਰਕੇ ਕਿਉਂਕਿ ਉਦੋਂ ਪ੍ਰੈਸ਼ਰ ਬਹੁਤ ਸੀਗਾ ਦੂਜੇ ਸਾਰੇ ਮਾਮਲਿਆਂ ਦੇ ਉੱਤੇ ਲਗਾਤਾਰ। ਉਹਨਾਂ ਸਾਰੀਆਂ ਸਮੱਸਿਆਵਾਂ ਨੂੰ ਧਾਰਮਿਕ ਖੇਤਰ 'ਚ ਹੱਲ ਕਿਵੇਂ ਕੀਤਾ ਜਾ ਸਕਦਾ, ਉਧਰ ਪਹਿਲ ਕਦਮੀ ਵਾਲੀ ਕੋਈ ਗੱਲ ਨਹੀਂ ਦਿਖੀ। ਕਿ ਇਹ ਜਿਹੜਾ ਸੈਂਟੀਮੈਂਟ ਹੈ, ਇੱਕ ਇਹ ਜਿਹੜੇ ਜਜ਼ਬਾਤ ਨੇ ਲੋਕਾਂ ਦੇ, ਖਾਸ ਤੌਰ ਤੇ ਪੰਥਕ ਜਜ਼ਬਾਤ, ਇਹਨਾਂ ਦਾ ਕੋਈ ਸੋਲੂਸ਼ਨ ਵੀ ਹੈ? ਇੱਥੇ ਕੋਈ ਮੰਥਨ ਹੋ ਸਕਦਾ, ਕੋਈ ਇੰਟੈਲੈਕਚੁਅਲ ਜਿਹਦੀ ਮੀਟਿੰਗ ਸੱਦ ਕੇ, ਕੋਈ ਪੰਥਕ ਜਥੇਬੰਦੀਆਂ ਦੀ ਮੀਟਿੰਗ ਸੱਦ ਕੇ, ਕੋਈ ਵੱਖ-ਵੱਖ ਚੀਜ਼ਾਂ ਸੱਦ ਕੇ, ਉਹ ਚੀਜ਼ਾਂ ਦਾ ਕੀ ਕੋਈ ਕਲੋਜ਼ਰ ਹੋ ਸਕਦਾ ਜਾਂ ਨਹੀਂ? ਮੈਨੂੰ ਲੱਗਦਾ ਕੋਈ ਵਿਆਪਕ ਪੱਧਰ ਦਾ ਕੋਈ ਨਹੀਂ ਦਿਖਿਆ ਕਿ ਇਹੋ ਜਿਹਾ ਐਫਰਟ ਹੋਇਆ। ਹਾਂ, ਪਹਿਲਾਂ ਕੁਝ ਮੀਟਿੰਗਾਂ ਜਥੇਦਾਰ ਸਾਹਿਬ ਨੇ ਸੱਦੀਆਂ ਜਿੱਥੇ ਗੱਲਾਂ ਬਾਤਾਂ ਕੀਤੀਆਂ ਜ਼ਰੂਰ ਕੁਝ, ਜਿਵੇਂ ਇੱਥੇ ਸੀਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਇੱਕ ਮੀਟਿੰਗ ਸੀਗੀ ਜਿੱਥੇ ਇਹਨਾਂ ਨੇ ਕਿਹਾ ਇਨ ਫਿਊਚਰ ਜਿਹੜੀ ਪੂਰੀ ਯੋਜਨਾਬੰਦੀ ਸਾਰੀਆਂ ਚੀਜ਼ਾਂ ਬਣਾਉਣ ਦੇ ਵਾਸਤੇ ਗਰੁੱਪ ਬਣਨੇ ਚਾਹੀਦੇ ਨੇ, ਇੱਕ ਇੰਟੈਲੈਕਚੁਅਲ ਜਿਹਦਾ ਬਣੇਗਾ, ਇੱਕ ਇਹਦਾ ਬਣੇਗਾ, ਪੂਰੇ ਪੰਥ ਨੂੰ ਆਪਾਂ ਉਸ ਲੈਵਲ ਤੇ ਚੱਲਾਂਗੇ। ਉਹ ਕਹਿਣੀ 'ਚ ਥੋੜੀਆਂ ਜਿਹੀਆਂ ਗੱਲਾਂ ਇੱਕਾ ਦੁੱਕਾ ਰਹਿ ਗਈਆਂ। ਔਰ ਫਿਰ ਜਿਹੜੇ ਵੱਡੇ ਮਾਮਲੇ ਆਏ ਉੱਥੇ ਲੋਕਾਂ ਨੂੰ ਇਹ ਨਜ਼ਰ ਆਉਂਦਾ ਰਿਹਾ ਲਗਾਤਾਰ। ਇਹਦੇ ਬਾਵਜੂਦ ਕਿ ਸਮੇਂ-ਸਮੇਂ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਪੰਥ ਦੀਆਂ ਸੰਸਥਾਵਾਂ ਦਾ ਰੁਤਬਾ ਲਗਾਤਾਰ ਘਟ ਗਿਆ। ਅਕਾਲੀ ਦਲ ਦੇ ਵਿੱਚ ਜਿਹੜਾ ਅੱਗੇ ਕਿਤੇ ਵਰਕਰ ਦੀ ਪਾਰਟੀ ਹੁੰਦੀ ਸੀ, ਕਿਰਤੀਆਂ ਦੀ ਤੇ ਕਿਸਾਨਾਂ ਦੀ ਪਾਰਟੀ ਹੁੰਦੀ ਸੀ, ਉਹਦੀ ਬਜਾਏ ਜਿਹੜਾ ਲੀਡਰਸ਼ਿਪ ਉਸ ਲੈਵਲ ਤੇ ਉੱਤੇ ਆ ਗਈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਹਨੂੰ ਰਿਵਾਈਵ ਕਰਨਾ ਤਾਂ ਸੱਤਾ ਭੁੱਲ ਜੋ, ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਮਤਲਬ ਸੱਤਾ ਦੀ ਬਜਾਏ ਜਾਓ। ਤੇ ਨਾਲ ਇਹ ਵੀ ਕਿਹਾ ਕਿ ਜਦੋਂ ਸਾਡਾ ਰੁਤਬਾ ਇੰਨਾ ਘਟ ਗਿਆ ਤਾਂ ਮੰਗਣ ਦੀ ਬਜਾਏ ਕੋਈ ਜ਼ਰੂਰਤ ਨਹੀਂ ਆ ਮੰਗਣ ਦੀ, ਤੇ ਆਪਾਂ ਇਨਸਾਫ ਲਈ ਬਾਕੀ ਚੀਜ਼ਾਂ ਖੜੀਆਂ ਕਰੋ ਤੇ ਜਿਹਦੇ ਨਾਲ ਲੋਕ ਆਪਣੇ ਆਪ ਆਉਣ, ਖਾਲਸੇ ਦਾ ਜਲਾਓ ਹੋਵੇ, ਬਾਕੀ ਚੀਜ਼ਾਂ ਹੋਣ। ਇਹ ਕਹਿੰਦੇ ਰਹੇ, ਪਰ ਇਹਨਾਂ ਸਾਰੀਆਂ ਕੰਮਾਂ ਲਈ ਕੋਈ ਐਕਸ਼ਨ ਪ੍ਰੋਗਰਾਮ ਹੁੰਦੇ ਨੇ ਮਾੜੇ ਮੋਟੇ, ਜਿਹੜੀਆਂ ਚੀਜ਼ਾਂ ਦੇ ਵਿੱਚ ਇਹ ਦਿਖਾਈ ਦਿੰਦਾ ਕਿ ਆਹ ਚੀਜ਼ਾਂ ਹੋ ਰਹੀਆਂ ਨੇ ਜਾਂ ਨਹੀਂ ਹੋ ਰਹੀਆਂ। ਔਰ ਮੈਨੂੰ ਲੱਗਦਾ ਕਿ ਜੇ ਐਡਾ ਵੀ ਹੁੰਦਾ ਕੋਈ ਜਿਹੜੇ ਬਾਰ-ਬਾਰ ਇੱਕ ਗੱਲ ਚੱਲਦੀ ਹੈ ਕਿ ਪੋਲੀਟੀਕਲੀ
ਮਤਲਬ ਪੋਲੀਟੀਕਲੀ ਸਜ਼ਾ ਕਹੋ ਉਹਨੂੰ ਜਾਂ ਪੋਲੀਟੀਕਲੀ ਡਿਕਲਾਈਨ ਅਕਾਲੀ ਦਲ ਦਾ ਕਹੋ 2017-22 ਚ ਲਗਾਤਾਰ ਦਿਖਾਈ ਦੇ ਰਿਹਾ, ਉਹ ਸਜ਼ਾ ਤਾਂ ਇੱਕ ਅਲੱਗ ਗੱਲ ਹੈ। ਇੱਕ ਪਹਿਲੂ ਧਾਰਮਿਕ ਸਾਈਡ ਦਾ ਵੀ ਤਾਂ ਹੁੰਦਾ ਹੈ, ਜਥੇਦਾਰ ਵੀ ਤਾਂ ਕਿਸੇ ਨੂੰ ਕਹਿ ਹੀ ਸਕਦੇ ਹੁੰਦੇ ਨੇ ਕਈ ਵਾਰ ਵੀ ਭਾਈ ਆ ਮੇਰੇ ਕੋਲ ਆਵਾਜ਼ ਆ ਰਹੀ ਹੈ, ਮੈਂ ਆਹ ਚੀਜ਼ਾਂ ਕਰ ਰਿਹਾ, ਮੈਂ ਆਹ ਚੀਜ਼ਾਂ ਕਰ ਰਿਹਾ, ਇਹਦੇ ਚ ਦੱਸੋ ਕਿਵੇਂ ਕਰਨਾ। ਸਾਰੇ ਮਾਮਲੇ ਦੇ ਵਿੱਚ ਉਦੋਂ ਜਥੇਦਾਰ ਅਕਾਲੀ ਦਲ ਦੇ ਪ੍ਰੋਟੈਕਟਰ ਦੇ ਤੌਰ ਤੇ ਦਿਖਾਈ ਦਿੱਤੇ, ਮਤਲਬ ਵੀ ਹਾਂ ਉਸ ਪੱਧਰ ਦੇ ਉੱਤੇ ਜਾਂਦੇ ਆ। ਹੁਣ ਵੀ ਮੈਨੂੰ ਇਹ ਲੱਗਦਾ ਕਿ ਜੇਕਰ ਮੰਨ ਲਓ ਉਹਨਾਂ ਨੇ ਕੰਟਰਾਡਿਕਸ਼ਨ ਲੈਣੀ ਹੁੰਦੀ ਤਾਂ ਕੁਝ ਸਿਧਾਂਤਕ ਮੁੱਦਿਆਂ ਤੇ ਲੈਂਦੇ ਨਾ, ਕਿ ਅਕਾਲੀ ਦਲ ਦੇ ਨਾਲ ਆਹ ਚੀਜ਼ਾਂ ਖੜੀਆਂ ਨੇ, ਉਹ ਤਾਂ ਲੈ ਨਹੀਂ ਰਹੇ। ਇਟ ਮੀਨਜ਼ ਇਹਦਾ ਸਿੱਧਾ ਮੈਸੇਜ ਇਹ ਨਜ਼ਰ ਆਉਂਦਾ ਕਿ ਉਹ ਸ਼ਾਇਦ ਆਪਣੇ ਆਪ ਰਿਜ਼ਾਈਨ ਕਰ ਦੇਣ। ਜੇ ਉਹ ਟਕਰਾਅ ਦੀ ਲਾਈਨ ਲੈਂਦੇ, ਜੇਕਰ ਉਹ ਇਹ ਲੈਂਦੇ ਨੇ ਕਿ ਮੈਂ ਸਿਧਾਂਤਕ ਪਹਿਲੂ ਤੇ ਸਟੈਂਡ ਲੈ ਰਿਹਾ, ਫਿਰ ਨਾਲ ਇਹ ਵੀ ਖਤਰਾ ਕਿ ਤਲਵੰਡੀ ਸਾਬੋ ਵਾਲੀ ਜਥੇਦਾਰੀ ਵੀ ਚਲੀ ਜਾਏ। ਇਟ ਮੀਨਜ਼ ਬਾਰਗੇਨਿੰਗ ਜਦੋਂ ਤੁਸੀਂ ਹਮਲੇ ਕਰਦੇ ਹੋ, ਜੌਬ ਵੀ ਬਚਾਉਣੀ ਹੁੰਦੀ ਹੈ, ਬਾਕੀ ਚੀਜ਼ਾਂ ਵੀ ਕਰਨੀਆਂ ਨੇ, ਫਿਰ ਤੁਸੀਂ ਬਾਰਗੇਨਿੰਗ ਚ ਚੱਲਾ ਪੈਂਦੇ ਆ ਵੀ ਜਿੰਨਾ ਚਿਰ ਉਧਰ ਰਹਿ ਗਏ ਠੀਕ ਹੈ, ਤੇ ਹੁਣ ਆਪਾਂ ਇਹ ਵੀ ਇੰਨੀਆਂ ਇਹ ਗੱਲਾਂ ਪੋਲੀਟੀਕਲ ਖੇਤਰ ਚ ਬੜੀਆਂ ਹੁੰਦੀਆਂ ਨੇ। ਪੋਲੀਟੀਕਲ ਖੇਤਰ ਚ ਕਈ ਬੰਦੇ ਇਹੋ ਜਿਹੇ ਨੇ ਜਿਹੜੇ ਚੀਫ ਮਿਨਿਸਟਰ ਬਣ ਕੇ ਮਿਨਿਸਟਰ ਵੀ ਬਣ ਗਏ। ਬੀਬੀ ਭੱਠਲ ਚੀਫ ਮਿਨਿਸਟਰ ਰਹੀ, ਬਾਅਦ ਚ ਮਿਨਿਸਟਰੀ ਤੇ ਆਇਆ, ਉਹ ਵੀ ਬਣ ਗਏ, ਉਸ ਤੋਂ ਬਾਅਦ ਚੇਅਰਮੈਨੀ ਤੇ ਆਇਆ ਤੇ ਚੇਅਰਮੈਨੀ ਮਿਲਦੀ ਹੈ ਤਾਂ ਵੀ ਲੈ ਲਓ। ਪਰ ਕਈ ਬੰਦੇ ਇਹ ਜਿਹੇ ਹੁੰਦੇ ਨੇ ਜਿਹੜੇ ਜੇ ਸਿਧਾਂਤਕ ਹੋਣ ਕਿ ਮੈਂ ਚੀਫ ਮਿਨਿਸਟਰ ਰਹਿ ਚੁੱਕਾ, ਮੈਂ ਨਾ ਮੰਤਰੀ ਬਣਨਾ ਤੇ ਨਾ ਮੈਂ ਚੇਅਰਮੈਨ ਬਣਨਾ, ਇਹ ਚੀਜ਼ਾਂ ਨਹੀਂ। ਇੱਕ ਰੁਤਬੇ ਹੁੰਦੇ ਨੇ, ਰੁਤਬੇ ਜਦ ਮਾਣ ਲਏ ਜ਼ਿੰਦਗੀ ਦੇ ਵਿੱਚ ਤੁਸੀਂ ਤੇ ਉਦੋਂ ਹੇਠਾਂ ਫਿਰ ਇਹਦਾ ਮਤਲਬ ਹੁੰਦਾ ਤੁਸੀਂ ਪਾਵਰ ਤੋਂ ਦੂਰ ਨਹੀਂ ਰਹਿ ਸਕਦੇ, ਤੁਸੀਂ ਹਰ ਹਾਲਤ ਚ। ਔਰ ਬਲਵੰਤ ਸਿੰਘ ਰਾਮੂਵਾਲੀਆ ਕਈ ਵਾਰ ਸੁਣਾਉਂਦੇ ਹੁੰਦੇ ਨੇ ਗੱਲ, ਜਿਵੇਂ ਵੀ ਜੇ ਲਾਲ ਬੱਤੀ ਨਾ ਹੋਵੇ ਤਾਂ ਕੋਈ ਸਲਾਮ ਨਹੀਂ ਮਾਰਦਾ, ਜਿੰਨੇ ਮਰਜ਼ੀ ਤੁਸੀਂ ਲੀਡਰ ਤੁਰੇ ਫਿਰਦੇ ਹੋ ਫਲਾਨਾ। ਉਹ ਕਹਿੰਦਾ ਉਹ ਜਦੋਂ ਉਹਨਾਂ ਨੇ ਉਹ ਲਈ ਸੀ ਨਾ, ਮੈਂ ਕਿਹਾ ਇਹ ਕਿੱਧਰੋਂ ਲੈ ਲਈ, ਜਿਹੜੀ ਉਹ ਇੱਕ ਐਜੂਕੇਸ਼ਨ ਦੇ ਇੱਕ ਅਲੱਗ ਬਣਿਆ ਹੋਇਆ ਸੀ ਕੇਂਦਰ ਚ ਕੋਈ ਮਹਿਕਮਾ, ਜਾਂ ਉਹਦੇ ਚ ਕੁਝ ਲਾਤਾ ਸੀ ਇਹਨਾਂ ਨੂੰ ਕੋਈ ਮੈਂਬਰ ਡਾਇਰੈਕਟਰ। ਘੱਟ ਗਿਣਤੀਆਂ ਦਾ ਇੱਕ ਐਜੂਕੇਸ਼ਨ ਦਾ ਸੈੱਲ ਹੈ, ਜਿੱਥੇ ਅੱਜ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਹਿ ਚੁੱਕੇ ਵੀਸੀ ਜਸਪਾਲ ਸਿੰਘ ਵੀ ਉਹ ਲੈ ਕੇ ਉਹਨਾਂ ਕੋਲ ਵੀ ਹੁਣ ਉਹ ਅਹੁਦਾ ਹੈ, ਕਦੇ ਰਾਮੂਵਾਲੀਆ ਸਾਹਿਬ ਕੋ ਸੀ, ਉਸ ਅਹੁਦੇ ਲੈ ਲਿਆ ਸੀ। ਹੁਣ ਉਹਦੇ ਲਈ ਵੀ ਮਾਰਾਮਾਰੀ ਹੋ ਜਾਂਦੀ ਹੈ, ਮਾਰਾਮਾਰੀ ਹੋ ਜਾਂਦੀ ਹੈ। ਤੇ ਉਦੋਂ ਹੀ ਹੁੰਦੀ ਹੈ ਜਦੋਂ ਤੁਹਾਡਾ ਇਹ ਹੁੰਦਾ ਕਿ ਲੋਕਾਂ 'ਚ ਖਿੱਚ ਕਿਵੇਂ ਹੋਵੇ, ਲੋਕ ਮੈਨੂੰ ਕਿਵੇਂ ਬੁਲਾਉਣ, ਸਲੂਟ ਕਿਵੇਂ ਮਾਰਨ, ਜੇਕਰ ਇਸ ਲੈਵਲ ਦੀ ਗੱਲ ਜਿਹੜੀ ਹੁੰਦੀ ਹੈ। ਔਰ ਜੇ ਧਾਰਮਿਕ ਰੁਤਬਿਆਂ ਦੇ ਵਿੱਚ ਵੀ ਕੁਰਸੀ ਬਚਾਉਣ ਜਾਂ ਬਾਕੀ ਚੀਜ਼ਾਂ ਹੋਣਗੀਆਂ, ਇੱਕ ਇਹ ਗੱਲ ਹੈ। ਦੂਜੀ ਗੱਲ, ਜਿੰਨੇ ਜਥੇਦਾਰ ਸਾਹਿਬ ਨੇ ਕਈ ਆਰਡਰ ਕੀਤੇ ਸੀ, ਇੱਕ ਆਰਡਰ ਟਾਈਪ ਦੀਆਂ ਉਹ ਗੱਲਾਂ ਨੇ, ਜਦੋਂ ਸ਼੍ਰੋਮਣੀ ਕਮੇਟੀ ਉਹਦੇ ਤੇ ਅੱਗੇ ਨਹੀਂ ਵੱਧਦੀ ਤਾਂ ਵੀ ਇੱਕ ਮੋਰਲ ਸਟੈਂਡ ਹੁੰਦਾ ਤੁਹਾਡਾ ਕਿ ਜੇ ਮੇਰੀ ਇੰਨੀ ਨਹੀਂ ਮੰਨਣੀ। ਜਥੇਦਾਰ ਸਾਹਿਬ ਨੇ ਕਿਹਾ ਆਪਣਾ ਚੈਨਲ ਚਲਾਓ, ਇੰਨੇ ਸਮੇਂ 'ਚ ਚਲਾਓ। ਫਿਰ ਜਦੋਂ ਤਲਵੰਡੀ ਸਾਬੋ ਦੁਬਾਰਾ ਇਹਨਾਂ ਨੇ ਮੀਟਿੰਗ ਸੱਦੀ ਪੱਤਰਕਾਰਾਂ ਦੀ, ਉੱਥੇ ਆ ਕੇ ਫਿਰ ਇੱਕ ਵਾਰ ਮੁੱਦਾ ਉੱਠਿਆ ਵੀ ਐਜੀਪੀਸੀ ਨੇ ਮੰਨੀ ਨਹੀਂ। ਫਿਰ ਇਹਨਾਂ ਨੇ ਦੁਬਾਰਾ ਕਿਹਾ ਵੀ ਮੈਂ ਹੁਣ ਹੁਕਮ ਕਰਦਾ ਕਿ ਤੁਸੀਂ ਚਲਾਓ। ਪਹਿਲਾਂ ਕੀ ਜਥੇਦਾਰ ਦਾ ਤਾਂ ਹੁਕਮ ਹੀ ਹੁੰਦਾ ਹਮੇਸ਼ਾ, ਕੋਈ ਐਂ ਤਾਂ ਨਹੀਂ ਪਹਿਲਾਂ ਮੈਂ ਬੇਨਤੀ ਕੀਤੀ ਫਿਰ ਮੈਂ ਦੂਜੀ ਆਹ ਗੱਲ ਕੀਤੀ, ਤੀਜੀ ਕੀਤੀ, ਔਰ ਫਿਰ ਵੀ ਉੱਥੇ ਹੀ ਖੜੀ ਆ ਗੱਲ, ਤਾਂ ਕਿਤੇ ਅੱਗੇ ਨਹੀਂ ਵਧੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਜਿੰਨੇ ਵੀ ਮਾਮਲੇ ਉਹਨਾਂ ਨੇ ਕਈ ਐਸਜੀਪੀਸੀ ਨੂੰ ਕਿਹਾ, ਐਸਜੀਪੀਸੀ ਜੇ ਅੱਗੇ ਨਹੀਂ ਮੋਰਲੀ ਉਹਨੂੰ ਕਰ ਰਹੀ ਤਾਂ ਤੁਹਾਡਾ ਇੱਕ ਸਟੈਂਡ ਪੁਆਇੰਟ ਹੁੰਦਾ ਕਿ ਨਹੀਂ ਫਿਰ ਮੈਂ ਨਹੀਂ, ਫਿਰ ਮੇਰਾ ਉਹਦੇ ਦਾ ਕੋਈ ਮਤਲਬ ਨਹੀਂ ਹੈ। ਪਰ ਉਹ ਇੱਧਰ ਨਹੀਂ ਗਏ, ਮਤਲਬ ਉਸ ਪਾਸੇ ਵੱਲ ਜਿਹੜੀ ਇੱਕ ਦਬੰਗੀ ਦੀ ਗੱਲ ਹੁੰਦੀ ਹੈ ਕਿ ਤੁਸੀਂ ਕੋਈ ਸਟੈਂਡ ਲੈ ਕੇ ਖੜਦੇ ਹੋ ਕਿਸੇ ਮੁੱਦਿਆਂ ਦੇ ਉੱਤੇ, ਉਹ ਨਹੀਂ ਗਏ। ਤੇ ਤੀਜੀ ਗੱਲ ਇੱਕ ਹੋਰ ਵੀ ਹੈ, ਜਿਹੜਾ ਨਾ ਧਾਰਮਿਕ ਖੇਤਰ 'ਚ ਇਹ ਵੀ ਸੋਚਣਾ ਪਏਗਾ ਕਿ ਜਥੇਦਾਰ ਸਾਹਿਬਾਨ ਜਿਹੜੀਆਂ ਅਹੁਦਿਆਂ ਤੇ ਹੁੰਦੇ ਨੇ, ਉਹ ਸੀਆਰਪੀ, ਬੀਐਸਐਫ, ਪੰਜਾਬ ਪੁਲਿਸ, ਸਿਕਿਉਰਿਟੀ ਕਿਸ ਲੈਵਲ ਦੀ ਲੈਣੀ ਹੈ, ਕਿਸ ਲੈਵਲ ਦੀ ਨਹੀਂ ਲੈਣੀ, ਇਹ ਬਹੁਤ ਬੜਾ ਕੁਐਸਚਨ ਹੁੰਦਾ ਹੈ। ਔਰ ਇਹ ਲੋਕਾਂ ਦੇ ਅੰਦਰ ਕੋਈ ਬਹੁਤੀ ਚੰਗੀ ਨਹੀਂ ਗਈ ਗੱਲ ਕਿ ਜਥੇਦਾਰ ਦੇ ਸਾਹਿਬ ਦੇ ਆਲੇ ਦੁਆਲੇ ਪੁਲਿਸ ਵਾਲੇ ਖੜੇ ਰਹਿੰਦੇ ਨੇ, ਉਹਨਾਂ ਦੇ ਗੇਟ ਦੇ ਅੰਦਰ ਵੜਦਾ ਵੀ ਪੁਲਿਸ ਵਾਲਾ, ਉਹਦੇ ਨਾਲ ਵੀ ਖੜਾ ਪੁਲਿਸ ਵਾਲਾ, ਤੇ ਬਾਕੀ ਚੀਜ਼ਾਂ ਨੇ। ਔਰ ਕਈ ਗੱਲ ਪ੍ਰਾਈਵੇਟਲੀ ਲੋਕ ਇਹ ਕਰਦੇ ਨੇ ਵੀ ਯਾਰ ਉਹ ਗੱਲ ਕਰਨ ਦਾ ਮਜ਼ਾ ਹੀ ਨਹੀਂ, ਨਾ ਗੱਲ ਹੋ ਸਕਦੀ ਹੈ, ਨਾ ਇਹ ਚੀਜ਼ਾਂ ਹੁੰਦੀਆਂ ਨੇ। ਜਦੋਂ ਤੁਸੀਂ ਐਵੇਂ ਹੀ ਐਂ ਜੇ ਲੱਗਦਾ ਜਿਵੇਂ ਸਰਕਾਰੀ ਦਫ਼ਤਰਾਂ 'ਚ ਹੀ ਜਾ ਰਹੇ ਹੁੰਦੇ ਹੋ, ਤੇ ਉੱਥੇ ਵੀ ਸਾਨੂੰ ਐਂ ਜਾਣਾ ਪੈਂਦਾ। ਤਾਂ ਸ਼੍ਰੋਮਣੀ ਕਮੇਟੀ ਜਾਂ ਸਾਰਾ ਸਿੱਖ ਪੰਥ ਆਪਣੇ ਜਥੇਦਾਰ ਲਈ ਤਾਂ ਕੋਈ ਸਿਕਿਉਰਿਟੀ ਦਾ ਅਰੇਂਜਮੈਂਟ ਕਰ ਹੀ ਸਕਦਾ ਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਵੀ ਨਹੀਂ ਹੈ ਕਿ ਬਾਕੀ ਦੀਆਂ ਚੀਜ਼ਾਂ ਕਿਵੇਂ ਉਸ ਲੈਵਲ ਦੇ ਉੱਤੇ ਹੋਣ। ਔਰ ਇਸੇ ਕਰਕੇ ਇਹ ਜਿਹੜੀਆਂ ਹੁਣ ਮਤਲਬ ਅੱਗੇ ਤੋਂ ਅੱਗੇ ਗੱਲਾਂ ਆਉਂਦੀਆਂ ਨੇ ਕਿ ਆਪਾਂ ਇੱਕ ਨਵਾਂ ਪੋਜ, ਇੱਕ ਨਵੀਆਂ ਚੀਜ਼ਾਂ ਜਾਂ ਬਾਕੀ ਦੀਆਂ ਚੀਜ਼ਾਂ ਕਰਨੀਆਂ ਨੇ, ਯੂਥ ਨੂੰ ਡਾਇਰੈਕਸ਼ਨ ਦੇਣੀ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਹੀਰਾਂ ਘੱਤਾਂਗੇ, ਪਿੰਡ ਪਿੰਡ ਜਾਵਾਂਗੇ, ਸ਼੍ਰੋਮਣੀ ਕਮੇਟੀ ਜਾਏਗੀ। ਕਿਸੇ ਤੋਂ ਕੋਈ ਅਮਲ ਨਹੀਂ ਦਿਖਾਈ ਦੇ ਰਿਹਾ ਉਸ ਪੱਧਰ ਦੇ ਉੱਤੇ। ਔਰ ਆ ਵਿਆਹ ਵਾਲੀ ਕੰਟਰੋਵਰਸੀ ਤੋਂ ਬਾਅਦ ਇਹ ਗੱਲ ਚੱਲੀ ਸੀ, ਜਦੋਂ ਰਗਬ ਚੱਡੇ ਦੇ ਚਲੇ ਗਏ ਉਦੋਂ ਅਕਾਲੀ ਦਲ ਦੇ ਕੁਝ ਲੀਡਰ ਬੋਲਣ ਲੱਗੇ ਸੀ। ਉਹਦਾ ਲੱਗ ਰਿਹਾ ਕਿ ਥੋੜਾ ਜਥੇਦਾਰ ਸਾਹਿਬ ਦੇ ਖਿਲਾਫ ਨਾਰਾਜ਼ਗੀ ਹੈ ਤੇ ਹੁਣ ਕੋਈ ਹੋਰ ਲਾ ਦਿੱਤਾ ਜਾਏ। ਬਿਨਾਂ ਸ਼ੱਕ ਮੈਨੂੰ ਲੱਗਦਾ ਕਿ 72 ਘੰਟਿਆਂ 'ਚ ਤਾਂ ਜੇਕਰ ਲੱਗੂਗਾ, ਜੇ ਰਿਜ਼ਾਈਨ ਆ ਜਾਂਦਾ ਜਾਂ ਕੋਈ ਹੋਰ ਲਾਉਂਦਾ, ਜੇ ਗੱਲ ਠੀਕ ਹੁੰਦੀ ਹੈ ਤਾਂ ਕਿਸੇ ਨੂੰ ਚਾਰਜ ਹੀ ਦੇਣਗੇ।
ਰੈਗੂਲਰੀ ਤਾਂ ਫਿਰ ਦੇਖ ਕੇ ਲਾਉਣਾ ਪਏਗਾ ਅੱਗੇ ਲਈ। ਜੇ ਪੰਥਕ ਸੰਸਥਾਵਾਂ ਦਾ ਕੱਦ ਉੱਚਾ ਉਠਾਉਣਾ ਹੈ ਤਾਂ ਇਹਦੀ ਵਿਧੀ ਕੀ ਹੋਏਗੀ? ਸ਼੍ਰੋਮਣੀ ਕਮੇਟੀ ਜੀਓਗ੍ਰਾਫੀਕਲ ਏਰੀਆ ਦੇ ਤੌਰ ਤੇ ਵੀ, ਲੀਡਰਸ਼ਿਪ ਕੁਆਲਿਟੀ ਦੇ ਤੌਰ ਤੇ ਵੀ, ਔਰ ਸਿਧਾਂਤਕ ਪਰਪੱਖਤਾ ਦੇ ਤੌਰ ਤੇ ਵੀ ਲਗਾਤਾਰ ਵੀਕ ਹੋ ਰਹੀ ਹੈ। ਇਹ 'ਚ ਕੋਈ ਦੋ ਰਾਮਾ ਨਹੀਂ ਹੈ। ਹੁਣ ਇਹਦਾ ਮਤਲਬ ਕੱਲ ਨੂੰ ਇੱਕ ਹਰਿਆਣੇ ਦੀ ਕਮੇਟੀ ਬਣ ਗਈ ਅਲੱਗ। ਪਹਿਲਾਂ ਹਰਿਆਣੇ ਵਾਲੇ ਵੀ ਜਥੇਦਾਰ ਚੋਣ 'ਚ ਦਾ ਮਤਲਬ ਪਾਰਟਿਸਿਪੇਟ ਕਰਦੇ ਹੋਣਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਵੱਖ-ਵੱਖ ਹੋਰ ਹੋ ਗਏ। ਤੁਸੀਂ ਲਗਾਤਾਰ ਉਸ ਏਰੀਆ ਵੀ ਜਦੋਂ ਚੁਗੜਦੇ ਤਾਂ ਜਥੇਦਾਰ ਦੀ ਅਪਾਇੰਟਮੈਂਟ ਦਾ ਤਰੀਕਾ, ਜਿਹੜਾ ਤਰੀਕਾਕਾਰ, ਜਥੇਦਾਰ ਕੋਈ ਇਲੈਕਟਡ ਗੁਰਦੁਆਰਾ ਪ੍ਰਬੰਧ ਦੇ ਵਿੱਚ ਉਵੇਂ ਨਹੀਂ ਹੈ। ਜਥੇਦਾਰ ਤਾਂ ਬਾਹਰ ਬੈਠੇ ਸਿੱਖਾਂ ਦਾ ਵੀ ਨੁਮਾਇੰਦਾ ਹੈ, ਟੋਟਲ ਕਮਿਊਨਿਟੀ ਦਾ ਨੁਮਾਇੰਦਾ ਹੈ। ਤਾਂ ਉਧਰ ਦੀ ਅਪਾਇੰਟਮੈਂਟ ਦਾ ਕੁਐਸਚਨ, ਉਹਨਾਂ ਦੇ ਬੜੇ ਰਹਿਣ ਦਾ ਸਵਾਲ, ਜੇ ਇੱਕ ਐਗਜੈਕਟਿਵ ਦੇ ਮਤੇ ਨਾਲ ਹਟ ਜਾਣਾ ਤੇ ਇੱਕ ਐਗਜੈਕਟਿਵ ਦੇ ਮਤੇ ਨਾਲ ਲੱਗ ਜਾਣਾ ਹੈ ਤਾਂ ਬਾਕੀ ਜਿਹੜੀਆਂ ਦੁਨਿਆਵੀ ਕੋਰਟ ਆ ਜਿਹਨੂੰ ਅਸੀਂ ਕਹਿੰਦੇ ਉਹ ਨੀਚੇ ਨੇ, ਉੱਥੇ ਵੀ ਟਾਪ ਪੋਸਟਾਂ ਤੇ ਅਪੀਚਮੈਂਟ ਜੱਜ ਪੈਂਦੀ ਹੈ, ਪਾਰਲੀਮੈਂਟ ਬਣਾਉਣੀ ਪੈਂਦੀ ਹੈ, ਪਾਰਲੀਮੈਂਟ 'ਚ ਚਰਚਾਵਾਂ ਹੁੰਦੀਆਂ ਨੇ, 2 ਸ਼ਾਇਦ ਕਰਨੇ ਪੈਂਦੇ ਨੇ। ਇਸੇ ਕਰਕੇ ਅੱਜ ਤੱਕ ਇੱਕ ਸੁਪਰੀਮ ਕੋਰਟ ਦੇ ਜੱਜ ਤੇ ਹੋਇਆ, ਬਾਵਜੂਦ ਸਾਰੇ ਮਾਮਲਿਆਂ 'ਚ ਉਹ ਵੀ ਬਿਡਰਾ ਹੋ ਗਿਆ ਸੀ ਸਜ਼ਾ ਦੇ ਨੇੜੇ ਤੱਕ ਪਹੁੰਚਦੇ। ਤਾਂ ਸਾਨੂੰ ਉਹ ਮਿਆਰ ਵੀ ਉਦੋਂ ਵੱਡੇ ਰੱਖਣੇ ਪੈਣਗੇ ਜੇਕਰ ਉਸ ਪੱਧਰ ਦੇ ਉੱਤੇ ਜਾਂਦੇ ਆ। ਔਰ ਮੇਰਾ ਖਿਆਲ ਹੈ ਇੱਕ ਗੱਲ ਇਹਦੇ ਤੇ ਡਿਸਕਸ ਕਰਨ ਲਈ 28 ਤਰੀਕ ਨੂੰ ਮੀਰੀ ਪੀਰੀ ਦਿਵਸ ਹੈ, ਇੱਕ ਵਰਲਡ ਦੀ ਇੱਕ ਉਹ ਬੁਲਾਈ ਵੀ ਹੋਈ ਆ। ਕਿੰਨੇ ਕੁ ਵਰਲਡ 'ਚ ਆਉਣਗੇ ਕੀ ਨਹੀਂ ਆਉਣਗੇ ਇੱਕ ਗਰੁੱਪ ਵੱਲੋਂ, ਕਿ ਜਥੇਦਾਰ ਦੀਆਂ ਨਿਯੁਕਤੀਆਂ ਤੇ ਉਹਦਾ ਆਲੇ ਦੁਆਲੇ ਦੇ ਸੰਬੰਧ ਇੱਕ ਲੋਕਾਤੀ ਏਜੰਡੇ ਤੇ ਇੱਕ ਚਰਚਾ ਹੋ ਵੀ ਰਹੀ ਹੈ, ਬੜੇ ਪੁਰਾਣੇ ਸਮੇਂ ਤੋਂ ਵੀ ਹੁੰਦੀ ਆ ਰਹੀ ਹੈ ਲਗਾਤਾਰ। ਪਰ ਇਹ ਹੋਊਗੀ ਕੰਕਰੀਟ ਉਦੋਂ ਹੀ ਜਦੋਂ ਪੋਲੀਟੀਕਲ ਧਿਰਾਂ ਵੀ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਹੈ ਤੇ ਬਾਕੀ ਆ ਉਹ ਵੀ ਮਹਿਸੂਸ ਕਰਨਗੇ ਨਾਲ ਦੀ ਨਾਲ ਕਿ ਸਾਨੂੰ ਇਸ ਪਾਸੇ ਵੱਲ ਕੋਈ ਤੁਰਨਾ ਚਾਹੀਦਾ। ਮੈਂ ਥੋੜੀ ਜਿਹੀ ਐਡੀਸ਼ਨ ਨਾਲ ਹੋਰ ਕਰ ਦਿੰਦਾ। ਮੈਂ ਹੁਣ ਪਾਰਟਿਕੂਲਰ ਇੱਕ ਗੱਲ ਜ਼ਰੂਰ ਕਰੂੰਗਾ, ਮੈਂ ਪਹਿਲਾਂ ਵੀ ਵਾਰ-ਵਾਰ ਕਰਦਾ ਹੁੰਦਾ ਵੀ ਇਹ ਆਪਣੇ ਖਾਸ ਕਰਕੇ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਦੇ ਕੰਟੈਕਸਟ ਦੇ ਵਿੱਚ, ਕਿਉਂਕਿ ਇਹਨਾਂ ਦਾ ਰੈਗੂਲਰ ਚਾਰਜ ਤਾਂ ਦੌਂਦਾ ਸਾਹਿਬ ਹੈਗਾ ਤੇ ਆਲਮੋਸਟ ਹਫ਼ਤੇ 10 ਦਿਨ ਬਾਅਦ ਇਹ ਅੰਮ੍ਰਿਤਸਰ ਤੇ ਤਲਵੰਡੀ ਸਾਬੋ ਉੱਥੇ ਜਾਂਦੇ ਰਹਿੰਦੇ ਆ। ਬਰਗਾੜੀ ਰਾਹ 'ਚ ਪੈਂਦਾ। ਕੀ ਕਾਰਨ ਹੈ ਕਿ ਜਥੇਦਾਰ ਅਕਾਲ ਤਖ਼ਤ ਦੀ ਗੱਡੀ ਨੂੰ ਅੱਜ ਤੱਕ ਬਰਗਾੜੀ ਲੱਗਦੇ ਆ ਕਦੇ ਉੱਥੇ ਬ੍ਰੇਕ ਹੀ ਨਹੀਂ ਲੱਗੀ? ਜਿੱਥੇ ਐਡਾ ਵੱਡਾ ਦੁਖਾਂਤ ਵਾਪਰਿਆ ਹੋਵੇ ਤੇ ਉਹਦਾ ਭੁਗਤ ਰਿਹਾ ਅਕਾਲ ਤਖ਼ਤ ਵੀ, ਸ਼੍ਰੋਮਣੀ ਕਮੇਟੀ ਵੀ, ਅਕਾਲੀ ਦਲ ਵੀ, ਔਰ ਜਥੇਦਾਰ ਕਦੇ ਉੱਥੇ ਰੁਕੇ ਹੀ ਨਹੀਂ ਅੱਜ ਤੱਕ। ਬਈ ਉੱਥੇ ਭਾਈ ਕਿਤੇ ਬ੍ਰੇਕ ਮਾਰਦੇ ਤੇ ਉਹ ਦੁਖਾਂਤ ਨੂੰ ਕੋਈ ਮੋੜਾ ਕਿਸੇ ਪਾਸਿਓਂ ਪੈਂਦਾ। ਉਹ ਇਨੀਸ਼ੀਏਟਿਵ ਹੈ ਨਹੀਂ। ਇਹ ਕਿਉਂ ਨਹੀਂ ਹੈ? ਕਿ ਇਹਨਾਂ 'ਚ ਮੋਰਲ ਕਰੇਜ ਨਹੀਂ ਸੀ, ਔਰ ਜਿਸ ਬੰਦੇ ਦੇ ਵਿੱਚ ਇਸ ਪੋਸਟ ਤੇ ਬੈਠੇ ਮੋਰਲ ਕਰੇਜ ਨਹੀਂ ਹੈ ਨਾ, ਉਸ ਇਨਸਾਨ ਨੂੰ ਇਸ ਅਹੁਦੇ ਤੇ ਬੜੇ ਰਹਿਣ ਦਾ ਹੱਕ ਹੀ ਕੋਈ ਨਹੀਂ। ਮੈਂ ਗੱਲ ਥੋੜੀ ਜਿਹੀ ਸਖਤ ਕਰ ਰਿਹਾ, ਲੇਕਿਨ ਇਹ ਸੱਚਾਈ ਹੈ। ਨਹੀਂ, ਮੈਂ ਤੁਹਾਡੇ ਤੋਂ ਉਮੀਦ ਕਰਦਾ ਕਿ ਤੁਸੀਂ ਨਿਰਪੱਖ ਤੇ ਸਖਤ ਗੱਲ ਕਰੋ। ਕੌਣ ਕਰੇਗਾ? ਮੇਰਾ ਚਿਹਰਾ ਮੋਰਾ ਇਸ ਤਰ੍ਹਾਂ ਦਾ ਨਹੀਂ ਕਿ ਮੈਂ ਗੱਲ ਕਰ ਸਕਾਂ, ਪਰ ਮੈਂ ਸਿੱਖ ਪਰਿਵਾਰ ਚੋਂ ਆਉਣਾ ਹੈ, ਸਾਡੇ ਕੰਸਰਨ ਸਰੋਕਾਰ ਤਾਂ ਹੈਗੇ। ਯਾਨੀ ਹਰਪ੍ਰੀਤ ਸਿੰਘ ਬਾਰੇ ਇਹ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਨੇ ਹਰ ਧਿਰ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ। ਮਤਲਬ ਮੈਂ ਜੇ ਦੂਜੇ ਲਫ਼ਜ਼ਾਂ 'ਚ ਇਹਨੂੰ ਬਿਲਕੁਲ ਉਲਟਾ ਕੇ ਕਵਾਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਬਤੌਰ ਕਾਰਜਕਾਰੀ ਜਥੇਦਾਰ ਹਰ ਧਿਰ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ। ਮਤਲਬ ਇਸ ਚੱਕਰ ਦੇ ਵਿੱਚ ਉਹ ਆਪਣੇ ਅਹੁਦੇ ਦੀ ਗਰਿਮਾ ਜਿਹੜੀ ਸੀ, ਜਿਹੜੇ ਫੈਸਲੇ ਲੈਣ ਦੀ ਤਾਕਤ ਸੀ, ਉਹਨੂੰ ਗਵਾ ਬੈਠੇ। ਜਦੋਂ ਫੈਸਲੇ ਲੈਣੇ ਸੀਗੇ, ਜਦੋਂ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਦੇ ਵਿੱਚ ਜਾਂਦੇ ਨੇ, ਉੱਥੋਂ ਪ੍ਰੋਮਿਸ ਕਰਕੇ ਆਉਂਦੇ ਆ। ਮੈਂ ਉਹਨਾਂ ਦੀ ਸਪੀਚ ਨੂੰ ਸੁਣਦਾ ਕਿ ਮੈਂ ਇੱਥੋਂ ਜਾਣ ਤੋਂ ਬਾਅਦ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਅਗਲਾ ਜਿਹੜਾ ਪਰਬ ਹੋਏਗਾ ਉਹਦੇ ਵਿੱਚ ਵੱਖ-ਵੱਖ ਡੇਟਸ ਨਹੀਂ ਹੋਣਗੀਆਂ, ਅਸੀਂ ਡੇਟਸ ਕਨਫਰਮ ਕਰ ਦਿਆਂਗੇ। ਗੁਰਪੁਰਬ 2 ਮੌਕਿਆਂ ਤੇ ਨਹੀਂ ਆਇਆ ਕਰਨਗੇ, 2 ਡੇਟਸ ਤੇ ਨਹੀਂ ਹੋਣਗੇ। ਕਿੱਥੇ ਗਿਆ ਉਹ ਵਾਦਾ? ਇੱਕ ਜਥੇਦਾਰ ਕਵੇ ਤੇ ਗੱਲ ਪੱਥਰ ਤੇ ਲੀਕ ਨਾ ਹੋਵੇ। ਜਥੇਦਾਰ ਬਹੁਤ ਵਾਰੀ ਵੱਖ-ਵੱਖ ਧਰਾਵਾਂ ਨਾਲ ਸਾਂਝ ਬਣਾ ਕੇ ਚੱਲਦੇ, ਔਰ ਇਹਦੇ ਵਿੱਚ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹਨਾਂ ਨੇ ਜਿਹੜੀ ਉਹਨਾਂ ਦੀ ਡਿਊਟੀ ਸੀ, ਉਹਨਾਂ ਨੇ ਪੰਥਕ ਮਾਮਲੇ ਜਿਹੜੇ ਐਡਰੈਸ ਕਰਨੇ ਸੀ, ਉਹਨਾਂ ਵੱਲੋਂ ਉਹ ਥੋੜਾ ਜਿਹਾ ਪਿੱਛੇ ਰਹਿ ਗਏ। ਇਹ ਕੁਝ ਮੌਕਿਆਂ ਤੇ ਇਹਨਾਂ ਨੇ ਇਸ਼ੂਜ਼ ਟੇਕਅਪ ਕੀਤੇ। ਮਸਲਨ ਜਦੋਂ ਕਰਤਾਰਪੁਰ ਸਾਹਿਬ ਗਏ ਸੀ, ਉਦੋਂ ਵੀ ਜਿਹੜੀ ਸਪੀਚ ਹੈ ਇਹਨਾਂ ਦੀ ਸੁਣ ਲਓ। ਇਹ 2-3 ਸਪੀਚਿਸ ਇਹਨਾਂ ਦੀਆਂ ਨੋਟਵਰਦੀ ਸੀਗੀਆਂ। ਉਹ ਤੋਂ ਆਸ ਬੱਝੀ ਸੀ ਕੌਮ ਨੂੰ ਕਿ ਜਥੇਦਾਰ ਜੀ ਇਸ ਸੰਸਥਾ ਨੂੰ ਮੁੜ ਕੇ ਆਪਣੇ ਪੈਰਾਂ ਤੇ ਖੜੇ ਕਰ ਦੇਣਗੇ। ਲੇਕਿਨ ਮੈਂ ਲਫ਼ਜ਼ ਡਾਊਨਫਾਲ ਪਰਸਨ ਲੱਗੇ, ਮੈਂ ਇਹਨਾਂ ਦਾ ਡਾਊਨਫਾਲ ਦੇਖਿਆ ਪਰਸਨ। ਉਹ ਜਦੋਂ SGPC ਦਾ 100 ਸਾਲਾ ਜਨਮ ਦਿਨ ਸੀ, ਫੰਕਸ਼ਨ ਮਨਾਇਆ ਗਿਆ ਦੀਵਾਨ ਹਾਲ ਮੰਜੀ ਸਾਹਿਬ ਦੇ ਵਿੱਚ,
ਤੇ ਉਹ ਲਾਈਵ ਆ ਰਿਹਾ ਸੀਗਾ। ਇਹਨਾਂ ਨੂੰ ਵੀ ਮੁੜ ਕੇ ਦੇਖਣਾ ਚਾਹੀਦਾ, ਇਹਨਾਂ ਨੂੰ ਖੁਦ ਵੀ ਸਮਝ ਆ ਜਾਊਗੀ। ਹੁਣ ਕੁਝ ਕੰਟਰੋਵਰਸੀ ਜੇ ਬਹੁਤ ਵੱਡੀਆਂ ਹੈ, ਉਹਦੇ ਵਿੱਚ ਇੱਕ ਇਹ ਹੈ 328 ਸਰੂਪਾਂ ਦਾ ਮਾਮਲਾ। ਇਹ ਜਦੋਂ ਖੜੇ ਹੋਏ, ਇਹਨਾਂ ਨੇ ਉਸ ਇਸ਼ੂ ਤੇ ਪੂਰੇ ਜ਼ੋਰ ਸ਼ੋਰ ਨਾਲ ਐਸਜੀਪੀਸੀ ਨੂੰ ਡਿਫੈਂਡ ਕੀਤਾ। ਔਰ ਜਦੋਂ ਬੈਠਣ ਲੱਗੇ, ਉਦੋਂ ਭਾਈ ਗੋਬਿੰਦ ਸਿੰਘ ਲੋਗੋਵਾਲ ਸੀਗੇ ਪ੍ਰਧਾਨ ਉਦੋਂ ਐਸਜੀਪੀਸੀ ਦੇ, ਤੇ ਜਦੋਂ ਬੈਠਣ ਲੱਗੇ ਨਾ ਥੱਲੇ, ਉਦੋਂ ਉਹਨਾਂ ਦਾ ਹੱਥ ਨਾਲ ਹੱਥ ਮਿਲਾ ਕੇ ਹੱਸ ਕੇ ਮੈਂ ਵੀ ਕਰਤਾ ਕੰਮ। ਉਹ ਐਕਸਪ੍ਰੈਸ਼ਨ ਸੀ। ਇਹਨਾਂ ਨੂੰ ਖੁਦ ਵੀ ਦੇਖਣੀ ਚਾਹੀਦੀ, ਇਹਨਾਂ ਨੂੰ ਸਮਝ ਆ ਜਾਊਗੀ ਬਈ ਇਹ ਹੋਇਆ ਕੀ ਹੈ। ਉਸ ਦਿਨ ਇਹਨਾਂ ਦਾ ਡਾਊਨਫਾਲ ਸੀਗਾ। ਇਹ ਰੋਲ ਜਥੇਦਾਰ ਦਾ ਨਹੀਂ। ਜੇ ਕੰਟਰੋਵਰਸੀ ਹੁੰਦੀ ਹੈ ਏਡੀ ਵੱਡੀ, ਐਸਜੀਪੀਸੀ ਜੋ ਮਰਜ਼ੀ ਕਰੇ, ਤੁਸੀਂ ਆਪਣੀ ਕਮੇਟੀ ਬਣਾਓ ਐਸ ਜਥੇਦਾਰ ਤੇ ਉਹਦੀ ਪ੍ਰੂਫ ਕਰਾਓ ਕਿ ਅਸਲੀ ਹੋਇਆ ਕੀ ਹੈ, ਫਿਰ ਉੱਤੇ ਐਕਸ਼ਨ ਬਣਦਾ ਹੈ। ਜਥੇਦਾਰ ਕੋਈ ਕੋਰਟ ਨਹੀਂ ਹੈ, ਉਹਦੀ ਮੋਰਲ ਅਥਾਰਟੀ ਹੈ। ਸਿਰਫ ਮੋਰਲ ਹੀ ਨਹੀਂ ਹੈ, ਇਸ ਇੰਸਟੀਟਿਊਸ਼ਨ ਦੀ ਇੱਕ ਬਹੁਤ ਵੱਡੀ ਪਿੱਛੇ ਫੋਰਸ ਹੈ। ਇਹ ਸਿੱਖ ਸੌਵਰਨਟੀ ਦਾ ਸਿੰਬਲ ਹੈ। ਅਸੀਂ ਇਹਨੂੰ ਕੋਰਟ ਬਣਾ ਕੇ ਰੱਖਤਾ ਕਈ ਵਾਰੀ, ਜਾਂ ਗੁਰਦੁਆਰਾ ਬਣਾਤਾ। ਪਹਿਲੀ ਗੱਲ ਤਾਂ ਗੁਰਦੁਆਰਾ ਨਹੀਂ ਹੈ, ਨਾ ਹੀ ਕੋਰਟ ਹੈ, ਇੱਕ ਬਹੁਤ ਵੱਡੀ ਸੰਸਥਾ ਹੈ, ਸਿੱਖ ਰਾਜ ਦਾ ਸਿੰਬਲ ਹੈ। ਤੇ ਉਹਦੇ ਵਿੱਚ ਜਿਹੜਾ ਇਸ ਵੇਲੇ ਉਸ ਅਹੁਦੇ ਤੇ ਬੰਦਾ ਬੈਠਾ ਹੈ, ਉਹਦੀ ਅਥਾਰਟੀ ਕੀ ਹੈ ਉਹਨਾਂ ਨੂੰ ਪਤਾ ਹੋਣਾ। ਪਤਾ ਸ਼ਾਇਦ ਹੋਵੇ ਹੀ, ਚੱਲਦੀ ਨਹੀਂ ਇਹਨਾਂ ਦੀ। ਉਸ ਅਹੁਦੇ ਤੇ ਬੈਠ ਕੇ ਸਰਕਾਰੀ ਸਿਕਿਉਰਿਟੀ ਨਹੀਂ ਲਈ ਜਾ ਸਕਦੀ। ਮੈਂ ਬੜਾ ਕਟੇਗੋਰਿਕ ਇਸ ਗੱਲ ਤੇ। ਠੀਕ ਹੈ, ਆਪਣੇ ਜਥੇਦਾਰ ਕਿਰਪਾਲ ਸਿੰਘ ਦੇ ਕੋਲੇ ਸੀ, ਬਲੂਚਿਸਤਾਨ ਤੋਂ ਬਾਅਦ ਸੀਗੀ। ਉਹਨਾਂ ਨੇ ਵੀ ਵੱਡੀ ਬਲੰਡਰ ਕੀਤੀ ਸੀ ਜਦੋਂ ਬਲੂਚਿਸਤਾਨ ਤੋਂ ਬਾਅਦ 8 ਕੇ 9 ਜੂਨ ਨੂੰ ਉਹਨਾਂ ਤੋਂ ਸਟੇਟਮੈਂਟ ਦਵਾਈ ਗਈ ਸੀਗੀ ਆਲ ਇੰਡੀਆ ਰੇਡੀਓ ਤੋਂ ਕਿ ਕੋਠਾ ਸਾਹਿਬ ਠੀਕ ਠਾਕ ਹੈ। ਉਹ ਕੋਠਾ ਸਾਹਿਬ ਠੀਕ ਠਾਕ ਐਸਾ ਹੋਇਆ, ਮੁੜ ਕੇ ਪੰਜਾਬ ਸਾਰਾ ਕਈ ਸਾਲ ਹਿਲਦਾ ਰਿਹਾ। ਸੋ ਇਹ ਡਾਊਨਫਾਲ ਸਡਨ ਨਹੀਂ ਸੀਗਾ, ਵਿੱਚ ਇਹ ਸਾਰਾ ਕੁਝ ਭੜਾ ਵਾਪਰਿਆ। ਉਹਨਾਂ ਨੂੰ ਸਿਕਿਉਰਿਟੀ ਮਿਲੀ ਸੀ, ਉਹਨਾਂ ਦੇ ਘਰ ਦੇ ਬਾਹਰ ਅਜੀਤ ਨਗਰ ਸਿਕਿਉਰਿਟੀ ਬੈਠੀ ਹੁੰਦੀ ਸੀ। ਹੁਣ ਇਹਨਾਂ ਨੂੰ ਸਿਕਿਉਰਿਟੀ ਦੀ ਕੀ ਲੋੜ ਸੀਗੀ? ਜਥੇਦਾਰ ਅਕਾਲ ਤਖਤ ਜਿਹੜੀ ਖੁਦ ਮੁਖਤਿਆਰ ਸੰਸਥਾ ਹੈ, ਸਿੱਖਾਂ ਦੀ ਸਾਵਰਨ ਸੰਸਥਾ ਹੈ, ਉਹਦੇ ਜਥੇਦਾਰ ਕੋਲੇ ਸਰਕਾਰੀ ਸਿਕਿਉਰਿਟੀ ਹੋਵੇ। ਕੀ ਸਿੱਖ ਸਾਵਰੈਨਿਟੀ ਨੂੰ ਹਿੰਦੁਸਤਾਨ ਦੀ ਸਰਕਾਰ ਦੀ ਸਿਕਿਉਰਿਟੀ ਦੀ ਲੋੜ ਹੈ? ਇਹ ਕੰਟਰਾਡਿਕਸ਼ਨ ਆਪਣੇ ਆਪ ਦੇ ਵਿੱਚ। ਮੈਂ ਇੰਡੀਵਿਜੂਅਲ ਦੀ ਗੱਲ ਨਹੀਂ ਕਰਦਾ, ਮੈਂ ਸੰਸਥਾ ਦੀ ਗੱਲ ਕਰਦਾ। ਇਹਨਾਂ ਨੂੰ ਰਿਫਿਊਜ਼ ਕਰ ਦੇਣੀ ਚਾਹੀਦੀ ਸੀਗੀ। ਗਿਆਨੀ ਕਿਰਪਾਲ ਸਿੰਘ ਤੋਂ ਬਾਅਦ ਇਹ ਜਿਹੜਾ ਸਿਕਿਉਰਿਟੀ ਡਾਊਨਫਾਲ ਹੈ ਨਾ, ਇਹਦੇ ਵੀ ਇੱਕ ਇਤਿਹਾਸ ਹੈ। ਮੈਂ ਜ਼ਿਆਦਾ ਜਾਣਨਾ ਨਹੀਂ ਚਾਹੁੰਦਾ। ਇਹ 99 ਨਾਲ ਇਹ ਵੀ ਵੱਜਿਆ ਹੋਇਆ। ਬਾਦਲ ਸਰਕਾਰ ਸੀਗੀ, ਇਹਨਾਂ ਨੂੰ ਕਈ ਤਰ੍ਹਾਂ ਦੇ, ਮੈਂ ਹੁਣ ਲਾਲਚ ਤੋਂ ਨਾ ਕਹਾਂ, ਲਫ਼ਜ਼ ਮਾੜਾ, ਐਸਜੀਪੀਸੀ ਦੇ ਮੈਂਬਰਾਂ ਨੂੰ ਡਿਸਕ੍ਰਿਸ਼ਨਰੀ ਕੋਟਾ ਦਿੱਤਾ ਗਿਆ 50,000 ਦਾ। ਇਹਨਾਂ ਸਾਰਿਆਂ ਨੂੰ ਸਿਕਿਉਰਿਟੀ ਦਿੱਤੀ ਗਈ, ਲਾਲ ਬੱਤੀ ਲਾਉਣ ਦੀ ਇਜਾਜ਼ਤ ਦਿੱਤੀ ਗਈ। ਜਥੇਦਾਰਾਂ ਨੂੰ ਸਿਕਿਉਰਿਟੀ ਵੀ ਉਦੋਂ ਦਿੱਤੀ ਗਈ ਸੀਗੀ। ਇਹਨਾਂ ਨੂੰ ਪਾਇਲਟ ਦਿੱਤੀਆਂ ਗਈਆਂ ਸੀਗੀਆਂ। ਜਥੇਦਾਰ ਦਾ ਪਾਇਲਟ ਦਾ ਨਾਲ ਕੀਤਾ ਲੱਗਿਆ। ਇਹਨਾਂ ਦਾ ਆਪਣਾ ਬਹੁਤ ਵੱਡਾ ਰੁਤਬਾ ਹੈ। ਇਹਨਾਂ ਸਾਰੀ ਦੁਨਿਆਵੀ ਜਿਹੜੀ ਸ਼ਕਤੀਆਂ, ਇਹਨਾਂ ਤੋਂ ਉੱਪਰ ਹੋਣਾ ਚਾਹੀਦਾ ਸੀਗਾ। ਇਹ ਤਾਂ ਉਸ ਤੋਂ ਥੱਲੇ ਡਿੱਗੇ ਹੋਏ। ਇਸ ਕਰਕੇ ਜਿਹੜਾ ਜਦੋਂ ਮੈਂ ਕਹਿੰਦਾ ਕਿ ਪਹਿਲਾਂ ਤਾਂ ਇਹਨਾਂ ਸੰਸਥਾਵਾਂ ਦਾ ਰੁਤਬਾ ਬਹਾਲ ਕਰੋ, ਲੋੜ ਉਹਦੀ ਹੈ। ਸੋ ਇਹ ਜਿਹੜੀਆਂ ਨਿਯੁਕਤੀਆਂ ਹੈ, ਇਹ ਉਸ ਜਿਹੜੀ ਪੰਥਕ ਸੰਸਥਾਵਾਂ ਰਿਵਾਈਵ ਹੋਣ ਤੇ ਇਹਨਾਂ ਦੇ ਕੱਦ, ਜਿਹੜੇ ਲੋਕ ਇਹਨਾਂ ਅਹੁਦਿਆਂ ਤੇ ਬੈਠਦੇ ਆ, ਉਹਨਾਂ ਸੰਸਥਾਵਾਂ ਦੇ ਅਹੁਦਿਆਂ ਦੇ ਬਰਾਬਰ ਦੇ ਹੋਣ, ਕੱਦ ਦੇ ਬਰਾਬਰ ਹੋਣ, ਤਾਂ ਇਹ ਸੰਸਥਾਵਾਂ ਮੁੜ ਕੇ ਠੀਕ ਫੰਕਸ਼ਨਿੰਗ ਕਰ ਸਕਦੀਆਂ। ਇਹਨਾਂ ਦੀ ਤਾਂ ਇਹ ਵੀ ਗੱਲ ਨਹੀਂ ਮੰਨੀ ਗਈ ਭਾਈ ਕਿ ਪੀਟੀਸੀ ਤੋਂ ਤੁਸੀਂ ਗੁਰਬਾਣੀ ਦਾ ਲਾਈਵ ਲੈ ਕੇ ਤੇ ਆਪਣੀ ਸ਼ੁਰੂ ਕਰ ਲਓ। ਗੱਲ ਤਾਂ ਉੱਥੇ ਹੀ ਖੜੀ ਹੈ ਸਾਰੀ। ਸੋ ਮੇਰੇ ਖਿਆਲ ਜੇ ਇਹਨਾਂ ਦੀ ਗੱਲ ਨਹੀਂ ਸੀ ਮੰਨੀ ਜਾਂਦੀ, ਇਹ ਤਾਂ ਆਪ ਹੀ ਛੱਡ ਕੇ ਪਾਸੇ ਹੋ ਜਾਂਦੇ। ਬਿਲਕੁਲ ਠੀਕ ਹੈ ਸਰਦਾਰ ਹਮੀਰ ਸਿੰਘ ਜੀ। ਆਮ ਤੌਰ ਤੇ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਜ਼ਿਕਰ ਕੀਤਾ ਜਾਂਦਾ, ਮੇਰੀ ਕੋਈ ਖਾਸ ਨਿੱਜੀ ਉਹਨਾਂ ਨਾਲ ਸਾਂਝ ਨਹੀਂ, ਨਾ ਅਸੀਂ ਕੋਈ ਬਹੁਤਾ ਉਹਨਾਂ ਦੇ ਨੇੜੇ ਵਿਚਰੇ ਹਾਂ, ਪਰ ਦੱਸਿਆ ਜਾਂਦਾ ਹੈ ਕਿ ਉਹ ਇੱਕ ਆਮ ਸਧਾਰਨ ਸਿੱਖ ਵਾਂਗ ਆਪਣੇ ਪਰਿਵਾਰ 'ਚ ਵਿਚਰਦੇ ਆ। ਕਦੀ ਕਦੀ ਆਪਣੇ ਕੋਰਟ ਕਚਹਿਰੀ 'ਚ ਹੁਸ਼ਿਆਰਪੁਰ ਕੇਸ ਵੀ ਵੇਖ ਆਉਂਦੇ ਆ। ਘਰ ਦੇ ਬਾਹਰ ਕੋਈ ਬਹੁਤ ਜ਼ਿਆਦਾ ਲੰਮਾ ਤਾਮ-ਝਾਮ ਨਹੀਂ ਹੁੰਦਾ। ਆਪਣੀ ਗੱਡੀ 'ਚ ਟਰੈਵਲ ਕਰਦੇ ਰਹੇ ਬਹੁਤ ਸਮਾਂ। ਦੂਜੀ ਟਰਮ 'ਚ ਆ ਕੇ ਸ਼ਾਇਦ ਉਹਨਾਂ ਨੂੰ ਕਿਹਾ ਗਿਆ ਕਿ ਰੁਝੇਵੇਂ ਜ਼ਿਆਦਾ ਹੈ ਤੇ ਤੁਸੀਂ ਗੱਡੀ ਜ਼ਰੂਰ ਵਰਤੋ। ਇਹ ਜਿਹੜੀਆਂ ਚੀਜ਼ਾਂ ਤਾਮ-ਝਾਮ ਵਾਲੀਆਂ ਹੁੰਦੀਆਂ, ਇਹ ਸੱਚਮੁੱਚ ਸਰਦਾਰ ਜਗਤਾਰ ਸਿੰਘ ਹੋਰਾਂ ਕਿਹਾ ਵੀ ਦੁਨਿਆਵੀ ਬੰਦਿਆਂ ਨੂੰ, ਜਿਨ੍ਹਾਂ ਨੇ ਸ਼ੋਅ-ਸ਼ਾਕ ਕਰਨਾ, ਫੂੰ-ਫਾਂ ਰੱਖਣੀ ਆ, ਉਹਨਾਂ ਨੂੰ ਚਾਹੀਦੀਆਂ। ਜਦੋਂ ਤੁਹਾਡੀ ਉੱਚੀ ਹਸਤੀ ਹੋ ਜਾਂਦੀ, ਜਾਂ ਤੁਹਾਡਾ ਜਿਹੜਾ ਰੁਤਬਾ ਹੈ ਉਹ ਤੁਹਾਨੂੰ ਕਹਿੰਦਾ ਹੈ ਕਿ ਇੱਥੇ ਤੁਹਾਡੇ ਅੰਦਰ ਨਿਮਰਤਾ ਤੋਂ ਲੈ ਕੇ ਗਟਸ ਤੱਕ ਉਹ ਸਾਰੀਆਂ ਚੀਜ਼ਾਂ ਇਕੱਠੀਆਂ ਚੱਲਣੀਆਂ ਚਾਹੀਦੀਆਂ। ਦਿਖਾਵੇ ਨਾਲ ਦੀ ਕੋਈ ਚੀਜ਼ ਨਹੀਂ। ਤੇ ਉਹ ਫਿਰ ਬੰਦੇ ਨੂੰ ਛੋਟਾ ਹੀ ਕਰਦੀਆਂ, ਵੱਡਾ ਤੇ ਕਰਦੀਆਂ ਨਹੀਂ। ਕਿ ਹੁਣ ਜੇਕਰ ਇਹ ਫੇਰ ਬਦਲ ਹੁੰਦਾ, ਜੇਕਰ ਮੈਂ ਫਿਰ ਬਾਰ-ਬਾਰ ਕਹਿ ਰਿਹਾ, ਜੇਕਰ ਇਹ ਫੇਰ ਬਦਲ ਹੁੰਦਾ ਹੈ ਤਾਂ ਕੀ
ਕੋਈ ਇਸ ਤਰ੍ਹਾਂ ਦਾ ਵਿਅਕਤੀ ਭਾਵੇਂ ਕਾਰਜਕਾਰੀ ਹੋਵੇ, ਘੱਟੋ ਘੱਟ ਉਹਦੀ ਹਸਤੀ ਜਿਹੜੀ ਹੈ ਉਹ ਉਸ ਤੱਕ ਤੇ ਹਾਣ ਦੀ ਹੋਵੇ, ਜੇ ਨਾ ਵੀ ਹੋਵੇ ਤਾਂ ਉਹ ਆਪਣੇ ਆਪ ਨੂੰ ਉੱਥੇ ਤੱਕ ਲੈ ਕੇ ਜਾਵੇ। ਖਾਸ ਤੌਰ ਦੇ ਉੱਤੇ ਜਿਹੜੀ ਮੰਗ ਹੈ ਉਸ ਅਹੁਦੇ ਦੀ ਮੰਗ ਹੈ, ਪੁਰਾਤਨਤਾ ਵੀ ਉਹਦੇ ਚ ਪਈ ਆ ਤੇ ਆਧੁਨਿਕਤਾ ਵੀ, ਦੋਨੇ ਹੀ। ਪੁਰਾਤਨਤਾ ਦੇ ਨਜ਼ਰੀਏ ਤੋਂ ਜਿਹੜੇ ਲੋਕ ਗੜਸ ਵਾਲੇ ਸੀ, ਜਿਹੜੇ ਅਹੁਦੇ ਨਾਲ ਵੱਜ ਕੇ ਫੈਸਲੇ ਲੈਂਦੇ ਸੀਗੇ, ਭਾਵੇਂ ਉਹ ਬਰਨਾਲਾ ਹੋਵੇ, ਭਾਵੇਂ ਉਹ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਹੋਵੇ, ਕਈ ਬੰਦੇ ਇਹੋ ਜਿਹੇ ਆਏ ਔਰ ਜਿਹੜੇ ਫਿਰ ਲੀਕ ਖਿੱਚਦੇ ਸੀ। ਮੇਰੇ ਖਿਆਲ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਮਾਮਲਾ ਵੀ ਉਦੋਂ ਆਇਆ ਸੀ। ਇਹ ਭਾਈ ਰਣਜੀਤ ਸਿੰਘ ਨੂੰ ਬੜਾ ਤਕਲੀਫ ਦੇ ਰਿਹਾ ਹੋਊਗਾ ਵੀ ਤੁਸੀਂ ਜਥੇਦਾਰ ਟੌੜਾ ਨੂੰ ਨਿਰੰਕਾਰੀ ਭਵਨ ਚ ਜਾਣ ਵੇਲੇ ਕਿਉਂ ਨਹੀਂ ਤਲਬ ਕੀਤਾ। ਕਈ ਫੈਸਲੇ ਲੈਣ ਲੱਗਿਆ ਤੁਹਾਨੂੰ ਇਹ ਨਹੀਂ ਦੇਖਣਾ ਹੁੰਦਾ ਕਿ ਮੇਰੀ ਸਾਂਝ ਕਿੱਥੇ ਆ, ਫੈਸਲੇ ਲੈਣੇ ਹੁੰਦੇ ਆ, ਉਹਦਾ ਮੰਗ ਕਰਦਾ ਹੁੰਦਾ। ਜੀ ਆਖਰੀ ਇਹਦੇ ਤੇ ਕਰੀਏ ਗੱਲ। ਅਸਲ ਦੇ ਵਿੱਚ ਇਹ ਇੱਕ ਗੱਲ ਆਪਣੇ ਆਪ 'ਚ ਸਹੀ ਹੈ ਕਿ ਸਾਦਗੀ, ਸਧਾਰਨਤਾ ਤੇ ਉਹ ਜਿਹੜਾ ਦੇਖਣਾ ਜਿਹੋ ਜਿਹੇ ਦੇਖ ਹੁੰਦੀ ਆ, ਉਹਦਾ ਵੀ ਇੱਕ ਰੋਲ ਹੁੰਦਾ, ਪਰ ਉਹ ਸਭ ਕੁਝ ਨਹੀਂ। ਤਾਂ ਸਭ ਤੋਂ ਬੜਾ ਹੁੰਦਾ ਮੋਰਲ ਔਰ ਸਿਧਾਂਤਕ ਸਟੈਂਡ ਲੈਣ ਦਾ ਸਵਾਲ ਹੈ। ਜੇ ਧਾਮੀ ਸਾਹਿਬ ਵੀ ਹੁਣ ਜਾਂਦੇ ਨੇ, ਸਿੰਪਲ ਨੇ, ਇਹ ਉਹਨਾਂ ਦਾ ਇੱਕ ਪਲੱਸ ਪੁਆਇੰਟ ਹੈ, ਪਰ ਕੀ ਉਹ ਕ੍ਰਿਟੀਕਲ ਮੁੱਦਿਆਂ ਦੇ ਉੱਤੇ ਜਿਹੜੇ ਖੜੇ ਨੇ, ਚਾਹੇ ਉਹ ਕੈਲੰਡਰ ਦਾ ਮੁੱਦਾ ਹੈ, ਜੀਪੀਸੀ ਦੇ ਸਾਹਮਣੇ ਖੜਾ ਹੈ, ਜਿਹੜਾ ਪੂਰੇ ਸਿੱਖ ਪੰਥ ਦਾ ਮਾਮਲਾ ਹੈ, ਚਾਹੇ ਉਹ ਡਿਫਰੈਂਟ ਟਾਈਪ ਦੇ ਜਿਹੜੇ ਮੁੱਦੇ ਬਰਗਾੜੀ ਤੋਂ ਲੈ ਕੇ ਇੱਥੇ ਤੱਕ, ਜੇ ਜਥੇਦਾਰ ਨੇ ਉੱਥੇ ਬ੍ਰੇਕ ਨਹੀਂ ਮਾਰੇ ਤਾਂ ਧਾਮੀ ਸਾਹਿਬ ਦੇ ਬ੍ਰੇਕ ਵੀ ਉਧਰ ਨੂੰ ਕਦੇ ਨਹੀਂ ਗਏ, ਲੱਗੇ ਕਦੇ ਵੀ, ਪ੍ਰਧਾਨ ਦੇ ਵੀ ਨਹੀਂ ਗਏ। ਇੱਕ ਵਾਰ ਇੱਕ ਜਨ ਸੈਕਟਰੀ ਗਏ ਨੇ ਜ਼ਰੂਰ, ਗਰੇਵਾਲ ਸਾਹਿਬ ਜਾਂ ਬਾਅਦ ਚ ਜਦੋਂ ਚੁਣੇ ਗਏ ਸੀ, ਇੱਕ ਦਿਨ ਲਈ ਉੱਥੇ ਉਹਨਾਂ ਨੂੰ ਮਿਲਣ ਦੇ ਲਈ। ਬਾਕੀ ਸ਼੍ਰੋਮਣੀ ਕਮੇਟੀ ਵੀ ਆਫੀਸ਼ੀਅਲੀ ਕਦੇ ਉੱਥੇ ਉਹਨਾਂ ਮਾਮਲਿਆਂ ਚ ਨਹੀਂ ਗਈ। ਔਰ ਇਹਨਾਂ ਮੁੱਦਿਆਂ ਦੇ ਉੱਤੇ ਤਾਂ ਕਰੇਜ ਤੁਹਾਡਾ ਕਿੱਥੋਂ, ਹੌਸਲਾ ਕਿੱਥੋਂ ਦੇਖਿਆ ਜਾਊ? ਜਦ ਮੱਝ ਧਾਰ ਚ ਫਸੀ ਕੋਈ ਗੱਡੀ ਹੁੰਦੀ ਆ ਨਾ, ਉਹਨੂੰ ਤੁਸੀਂ ਕੱਢਦੇ ਕਿਵੇਂ ਹੋ? ਉਹ ਤੁਹਾਡੇ ਉਹ ਬਲ ਦਾ, ਤੁਹਾਡੇ ਦਾ ਪ੍ਰਗਤੀਕ ਹੁੰਦੀ ਹੈ ਵੱਖ-ਵੱਖ ਥਾਵਾਂ ਦੇ ਉੱਤੇ। ਕੱਲਾ ਵੈਸੇ ਬਲਹੀਨ ਹੋ ਜਾਣਾ, ਬਹੁਤ ਅਫਸਰ ਵੀ ਆਏ ਜੇ ਹੁੰਦੇ ਨੇ, ਇਮਾਨਦਾਰ ਹੁੰਦੇ ਨੇ, ਫਾਈਲ ਤੇ ਦਸਖਤ ਨਹੀਂ ਕਰਦੇ, ਡਰੀ ਜਾਂਦੇ ਨੇ। ਬਾਕੀ ਚੀਜ਼ ਲੋਕ ਇਹ ਕਹਿਣ ਲੱਗ ਜਾਂਦੇ ਨੇ, ਤਾਂ ਦੂਜਾ ਹੀ ਚੰਗਾ ਯਾਰ, ਫਾਈਲਾਂ ਤਾਂ ਕੱਢਦਾ, ਚਾਹੇ ਮਾੜਾ ਮੋਟਾ ਇੱਧਰ ਉੱਧਰ ਵੀ ਕਰ ਲੈਂਦੇ। ਇਸ ਲਈ ਇਹ ਚੀਜ਼ਾਂ ਜੁੜ ਕੇ ਕੰਮ ਕਰਦੀਆਂ ਨੇ। ਓਨੈਸਟ ਰਹੋ, ਤੇ ਓਨੈਸਟ ਰਹਿਣ ਦੇ ਨਾਲ ਜਿਹੜੀ ਇੱਕ ਸੋਝੀ ਸਿਧਾਂਤ ਪ੍ਰਤੀ ਪ੍ਰਤੀਬੱਧਤਾ ਤੇ ਇੱਕ ਦਲੇਰੀ ਚਾਹੀਦੀ ਹੁੰਦੀ ਆ, ਹੌਸਲਾ ਚਾਹੀਦਾ ਹੁੰਦਾ। ਉਹਦੇ ਤੋਂ ਬਿਨਾਂ ਏਡੀਆਂ ਵੱਡੀਆਂ ਸੰਸਥਾਵਾਂ ਨੂੰ ਤੁਸੀਂ ਪੈਰਾਡਾਈਮ ਸ਼ਿਫਟ 'ਚ ਤਬਦੀਲ ਨਹੀਂ ਕਰ ਸਕਦੇ। ਤੁਸੀਂ ਤਬਦੀਲੀ ਵੱਡੀ ਦਿਖਾ ਨਹੀਂ ਸਕਦੇ ਕਿ ਕੁਝ ਹੋ ਰਹੀ ਹੈ ਜਾਂ ਉਸ ਪਾਸੇ ਵੱਲ ਆ ਰਹੀ ਹੈ। ਇਹ ਹੁਣ ਅੱਜ ਦੇ ਦੌਰ 'ਚ ਜੇ ਆਪਾਂ ਲੱਭਣ ਲੱਗੀਏ, ਮੈਨੂੰ ਲੱਗਦਾ ਤੁਹਾਨੂੰ ਜਾਂ ਸਾਨੂੰ ਕੋਈ ਕਹਿ ਦੇ ਤੁਹਾਨੂੰ ਨਾਂ ਕਿਹੜੇ ਲੱਗਦੇ ਨੇ ਇੱਕ ਦੋ ਜਿਹੜੇ ਜਥੇਦਾਰ ਬਣ ਜਾਣ, ਤਾਂ ਸਾਰੇ ਬੈਟਰੀਆਂ ਚੱਕ ਕੇ ਸ਼ੁਰੂ ਹੋ ਜਾਣਗੇ। ਮੈਨੂੰ ਤਾਂ ਲੱਗਦਾ ਕਿਤੇ ਵੀ ਇੱਥੇ ਪਾਰਟੀਆਂ 'ਚ ਬੰਦੇ ਨਹੀਂ ਲੱਭਦੇ। ਜਦੋਂ ਅਕਾਲੀ ਦਲ 'ਚ ਆਉਂਦਾ ਫਿਰ ਇਹਨੂੰ ਚਲਾਊਗਾ ਕੌਣ ਜੀ? ਪੈਸੇ ਕਿੱਥੋਂ ਆਉਣਗੇ? ਇਸੇ ਤਰ੍ਹਾਂ ਹਰ ਸੰਸਥਾ ਦੇ ਵਿੱਚ ਹੀ ਕ੍ਰਾਈਸਿਸ ਲੀਡਰਸ਼ਿਪ ਦਾ ਖੜਾ ਹੈ, ਪਰ ਮੌਕਾ ਥੋੜਾ ਬਹੁਤ ਦੇਖ ਕੇ ਸਿਧਾਂਤਕ ਕੁਝ ਲੋਕ ਹੁੰਦੇ ਨੇ ਜਿਹੜੇ ਪਹਿਲਾਂ ਸ਼ਾਇਦ ਪ੍ਰੋਮੀਨੈਂਟ ਨਹੀਂ ਵੀ ਹੁੰਦੇ, ਕੋਈ ਜ਼ਰੂਰੀ ਨਹੀਂ ਜੀ। ਜਦੋਂ ਕੁਝ ਉਹ ਪੈਰਾਮੀਟਰ ਨੂੰ ਤੈਅ ਕਰਨ ਵਾਲੇ ਬੰਦੇ ਆ ਜਾਂਦੇ ਨੇ ਤਾਂ ਉਦੋਂ ਬਾਅਦ ਉਹ ਸਾਬਤ ਕਰ ਦਿੰਦੇ ਨੇ ਕਿ ਹਾਂ ਮੈਂ ਵੱਡਾ ਬਣ ਗਿਆ ਤੇ ਮੈਂ ਇਹਦਾ ਰੁਤਬਾ ਵੀ ਵਧਾਤਾ ਜਿਹੜੀ ਸੀਟ ਦਾ। ਇਸ ਲਈ ਉਹ ਸਰਚ ਕਿਵੇਂ ਹੋਵੇ? ਉਹ ਸਰਚ ਲਈ ਕੋਈ ਇੰਡੀਪੈਂਡੈਂਟ ਥਾਟ ਦੀ ਕਮੇਟੀ ਜਿਹਦਾ ਆਪਣਾ ਲਾਲਚ ਨਾ ਹੋਵੇ, ਆਪਣੀਆਂ ਇਹੋ ਜਿਹੀਆਂ ਧੜੇਬੰਦੀਆਂ ਦੀ ਇਕੱਲੀ ਗੱਲ ਨਾ ਹੋਵੇ। ਸਰਚ ਕਮੇਟੀ ਦਾ ਜਿਹੜਾ ਇੱਕ ਕੁਐਸਚਨ ਹੈ ਅਸਲ ਦੇ ਵਿੱਚ ਉਹ ਵੀ ਬਹੁਤ ਬੜਾ ਹੁੰਦਾ ਹੈ, ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਉਹ ਇਹੋ ਜਿਹੇ ਬੰਦਿਆਂ ਨੂੰ ਸ਼ਾਇਦ ਉਹ ਜਾਣਦੇ ਹੋਣ, ਇਹੋ ਜਿਹੇ ਬੰਦਿਆਂ ਨੂੰ ਕੱਢ ਕੇ ਲਿਆਉਣ ਕਿ ਇਹਨਾਂ ਚੋਂ ਬਣਾ ਦਿੱਤਾ ਜਾਣਾ ਚਾਹੀਦਾ ਕੋਈ ਵੀ, ਕਿ ਇੰਨੀ ਗੰਭੀਰਤਾ ਆਏਗੀ ਇਹ ਸਾਰੇ ਮਾਮਲਿਆਂ ਦੇ ਵਿੱਚ। ਚਾਹੇ 4 ਮਹੀਨੇ 2 ਮਹੀਨੇ ਤੁਸੀਂ ਕਾਰਜਕਾਰੀ ਬਣਾ ਦਿਓ, 2-3 ਮਹੀਨੇ ਸਰਚ ਕਮੇਟੀ ਲੈ ਲੇ ਇਹਨਾਂ ਸਾਰੀਆਂ ਗੱਲਾਂ ਦੀ, ਲੋਕਾਂ ਦੀ ਰਾਏ ਲਏ, ਵੱਖ-ਵੱਖ ਲੋਕਾਂ ਦੀ, ਸਾਰਿਆਂ ਦੀ, ਕੁਝ ਉਹਦੇ ਚੋਂ ਨਜ਼ਰ ਆਉਂਦਾ ਹੋਵੇ ਤਾਂ ਇਹੋ ਜਿਹਾ ਕੁਝ ਬਣ ਜੇ ਤਾਂ ਸ਼ਾਇਦ ਹੋ ਜੇ। ਹਜੇ ਇਮੀਡੀਏਟਲੀ ਕੋਈ ਮੈਨੂੰ ਨਹੀਂ ਲੱਗਦਾ ਕਿ ਤੁਰੰਤ ਕਿਸੇ ਦੇ ਜ਼ੁਬਾਨ ਤੇ ਕੋਈ ਇਹ ਨਾਮ ਹੋਣਗੇ ਕਿ ਆਹ ਹੋ ਸਕਦਾ ਜੀ। ਜਗਿਆਸਾ ਲੋਕਾਂ ਦੀ ਬਣੀ ਰਹੂਗੀ ਜਿੰਨਾ ਚਿਰ ਇਹ 72 ਘੰਟੇ ਨੋਟਿਸ ਵਾਲੀ ਮੀਟਿੰਗ ਸ਼ੁਰੂ ਨਹੀਂ ਹੋ ਜਾਂਦੀ। 2 ਦਿਨ ਬਾਅਦ ਜਦੋਂ ਇਹ ਮੀਟਿੰਗ ਸ਼ੁਰੂ ਹੋਊਗੀ ਤਾਂ ਹੀ ਇਹ ਸਮਝ ਆਊਗਾ ਕਿ ਦਰਅਸਲ ਹੋਣ ਕੀ ਵਾਲਾ ਹੈ। ਪਿਛਲੇ ਸਮੇਂ ਦੇ ਵਿੱਚ ਅਸੀਂ ਜ਼ਿਕਰ ਜ਼ਰੂਰ ਕੀਤਾ ਸੀਗਾ ਕਿ ਪਿਛਲੀ ਮੀਟਿੰਗ ਤਾਂ ਸੁਖ ਸਾਂਦ ਨਾਲ ਲੰਘ ਗਈ, ਲੇਕਿਨ ਬਹੁਤੇ ਦਿਨ ਲੰਘਣ ਵਾਲੇ ਨਹੀਂ। ਗਿਆਨੀ ਹਰਪ੍ਰੀਤ ਸਿੰਘ ਨੇ ਵੀ ਆਪਣੇ ਨਜ਼ਰੀਏ ਤੋਂ ਕੋਈ ਪੇਸ਼ਬੰਦੀਆਂ ਜ਼ਰੂਰ ਕੀਤੀਆਂ, ਪਰ ਮੈਨੂੰ ਲੱਗਦਾ ਦਾਲ ਗਲੀ ਨਹੀਂ, ਹੁਣ ਨਹੀਂ ਤਾਂ ਫਿਰ ਸਹੀ ਇਹੋ ਸਥਿਤੀ ਹੈ। ਸਰਦਾਰ ਹਰਮੀਤ ਸਿੰਘ ਜੀ, ਹੁਣ ਆਪਾਂ ਬਹੁਤ ਕਾਲੀ ਚ ਆਉਣਾ ਕਿਉਂਕਿ ਅਸੀਂ ਕਾਫੀ ਲੰਬਾ ਸਫ਼ਰ ਤੈਅ ਕਰ ਰਹੇ ਹਾਂ ਇੱਕ ਹੀ ਮੁੱਦੇ ਤੇ। ਅਸੀਂ ਦਿਨ ਵੇਲੇ ਅੱਜ ਦੇਖਿਆ ਕਿ ਬੀਬੀ ਸਰਬਜੀਤ ਕੌਰ ਮਾਣੂਕੇ ਜਿਹੜੇ ਚੀਫ ਵਿਪ ਵੀ ਰਹੇ ਨੇ ਪਾਰਟੀ ਦੇ ਪਿਛਲੀ ਵਾਰੀ ਤੇ ਹੁਣ ਦੂਜੀ ਵਾਰ ਵਿਧਾਇਕ ਚੁਣ ਕੇ ਆਏ ਨੇ, ਉਹਨਾਂ ਦੇ ਦੋਸ਼ ਲੱਗ ਗਏ। ਤੇ ਦੋਸ਼ ਵੀ ਪੰਜਾਬ ਦੇ ਵਿੱਚ ਇਹ ਅਕਸਰ ਲੱਗਦੇ ਆ। ਇੱਥੇ ਤਾਂ NRIs ਦੀਆਂ ਜਾਇਦਾਦਾਂ ਦੱਬਣ ਦੇ ਬਾਕੀ ਲੱਗਦੇ ਹੀ ਰਹਿੰਦੇ, ਪਰ ਇੱਕ MLA ਉਹ ਵੀ ਸਿਧਾਂਤਕ ਪਾਰਟੀ ਅਖਵਾਉਂਦੀ ਦਾ MLA, ਉਹ ਵੀ ਇੱਕ ਔਰਤ, ਉਹ ਕੋਠੀ ਦੱਬ ਲੇ, ਉਹਦਾ ਰੌਲਾ ਪੈ ਜੇ ਤੇ ਅੱਜ ਉਹ ਕਵੇ ਕਿ ਨਹੀਂ ਮੈਂ ਤਾਂ ਛੱਡ ਦਿੱਤੀ। ਇਹਨੂੰ ਸਿਰਫ ਇੰਨੇ ਨਾਲ ਮਸਲਾ ਮੁੱਕ ਗਿਆ ਸਮਝ ਲਈਏ,
ਜਾਂ ਸੱਚਮੁੱਚ ਰੌਲੇ ਪੈਣ ਤੋਂ ਬਾਅਦ ਦੱਬ ਲਈ ਕੋਠੀ ਨੂੰ ਦੱਬ ਲਈ ਨਹੀਂ ਕਹਿਣਾ ਚਾਹੀਦਾ, ਛੱਡ ਦਿੱਤੀ ਕਹਿਣਾ ਚਾਹੀਦਾ? ਨਹੀਂ ਬਿਲਕੁਲ, ਆਫਟਰ ਇੰਨੇ ਦਿਨ ਕਿਉਂ ਲੱਗੇ ਨੇ? ਜੇ ਪਹਿਲੇ ਦਿਨਾਂ ਤੋਂ ਇਤਰਾਜ਼ ਆਇਆ, ਪਹਿਲੇ ਦਿਨ ਤੋਂ ਤੁਸੀਂ ਕਿਹਾ ਪਹਿਲਾਂ ਮਾਲਕੀ ਡਿਸਾਈਡ ਕਰਾ ਲਿਆਓ, ਫਿਰ ਮੈਂ ਦੇਖੂੰ ਕਿਹੜਾ ਮਾਲਕ ਹੈ ਉਹਦੇ ਨਾਲ ਕੀਤਾ। ਵੈਸੇ ਤੁਸੀਂ ਕਹਿ ਰਹੇ ਸੀ ਅਸੀਂ ਜੈਨੂਅਨ ਨਹੀਂ ਲਿਆ, ਕੰਟਰੈਕਟ ਕੀਤਾ ਹੋਇਆ ਸਾਡਾ, ਫਿਰ ਮਾਲਕ ਤੁਹਾਨੂੰ ਪਤਾ ਹੀ ਹੋਣਾ ਹੈ ਜੇ ਜੈਨੂਅਨਲੀ ਕੀਤਾ ਹੈ। ਇਹ ਜਿਹੜੀ ਹਬਨਬਿੰਗ ਚੱਲੀ, ਤੇ ਅੱਜ ਬੀਬੀ ਨੇ ਬਾਰ-ਬਾਰ ਇਹ ਕਿਹਾ ਕਿ ਮੈਂ ਤੇ ਮੇਰੇ ਪਤੀ ਅਸੀਂ ਕਹਿੰਦੇ ਆ ਪੰਜਾਬ 'ਚ ਕਿਤੇ ਵੀ ਸਾਡੇ ਕੋਲ 1 ਇੰਚ ਵੀ ਜ਼ਮੀਨ ਨਹੀਂ, 1 ਇੰਚ ਵੀ ਸਾਡੇ ਕੋਲ ਕੋਈ ਹੈ ਨਹੀਂ, ਔਰ ਫਿਰ ਵੀ ਸਾਨੂੰ ਕੋਈ ਅਫਸੋਸ ਨਹੀਂ। ਪਰ ਇਹ ਗੱਲਾਂ ਤਾਂ ਕਿਸੇ ਦੇ ਤਾਂ ਕੋਈ ਕੰਮ ਦੀਆਂ ਨਹੀਂ ਇਹ ਕਹਿਣ ਲਈ। ਤੁਹਾਡੇ ਕੋਲ ਤੁਸੀਂ ਇੰਨਾ ਚਿਰ ਮੁਲਾਜ਼ਮੀਅਤ ਵੀ ਕੀਤੀ ਹੈ, ਬਥੇਰੀ ਤਨਖਾਹ ਹੈ ਟੀਚਰਾਂ ਦੀ, ਐਸੀ ਤਾਂ ਕੋਈ ਗੱਲ ਨਹੀਂ ਹੈ। ਤੁਹਾਡੇ ਪਤੀ ਵੀ ਕਿਤੇ ਕੰਮ ਕਰਦੇ ਹੋਣਗੇ, ਆਪਦੇ ਜੋਗਾ ਕੋਠਾ ਪਾ ਲੈਂਦੇ, ਕਿਸੇ ਨੇ ਰੋਕਿਆ ਥੋੜੀ ਹੈ ਕਿ ਮਤਲਬ ਜਿੰਨਾ ਕੁ ਪਾ ਲਓ। ਹੁਣ ਇਹ ਲੋਕਾਂ ਤੇ ਥੋੜੀ ਅਹਿਸਾਨ ਹੈ ਕਿ ਤੁਹਾਡੇ ਕੋਲ ਕੁਝ ਨਹੀਂ ਹੈ ਜਾਂ ਫਲਾਨਾ ਨਹੀਂ, ਇਸ ਲਈ ਉਹ ਗਰੀਬੀ ਵਾਲੀ ਗੱਲ ਤਾਂ ਨਹੀਂ ਹੈ। ਪਰ ਇਹ ਚੀਜ਼ ਜਿਹੜੀ ਛੱਡਤੀ ਵੀ ਹੁਣ ਬੰਦ ਕਰ ਦਿਓ, ਇਹ ਗੱਲਾਂ ਨੇ ਮਤਲਬ ਇੰਟੈਂਸ਼ਨ ਦੇ ਕੁਐਸਚਨ ਵੀ ਨੇ ਕਿ ਤੁਸੀਂ ਕਿੱਧਰ ਨੂੰ ਜਾ ਰਹੇ ਹੋ। ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦਾ ਵਰਤਾਰਾ ਕਿਤੇ ਇਹੀ ਨਾ ਬਣ ਜੇ ਸਾਰੇ ਕਿਤੇ ਜਾ ਕੇ। ਉਧਰ ਵਿਜੇ ਗੋਇਲ ਜੀ ਕਹਿੰਦੇ ਆਪਣੇ ਕੋਲ ਕੁਝ ਨਹੀਂ ਨਿਕਲਿਆ ਜੀ, ਕਹਿੰਦੇ ਹੁਣ ਚੁੱਪ ਕਰ ਜਾਓ, ਚਲੋ ਠੀਕ ਹੈ। ਸਰਾਰੀ ਸਾਹਿਬ ਕਹਿੰਦੇ ਨੇ, ਵਿਜੇ ਸਿੰਗਲਾ ਤੇ ਸਰਾਰੀ ਸਾਹਿਬ ਨੇ ਕਹਿੰਦੇ ਜੀ ਚਲੋ ਮਿਨਿਸਟਰੀ ਤੋਂ ਹਟ ਗਏ, ਹੁਣ ਬਹੁਤ ਹੈ, ਹੁਣ ਤਾਂ ਚੁੱਪ ਕਰੋ ਨਾ, ਜੇਕਰ ਆਰਡੀਓ ਆ ਗਈ ਸੀ ਤਾਂ ਵੀ ਕੀ ਹੈ, ਆਪਾਂ ਇਹਨੂੰ ਰਹਿਣ ਦਿੰਦੇ ਹਾਂ। ਹੁਣ ਉਧਰ ਕਟਾਰੂ ਚੱਕ ਉਹਨਾਂ ਦੀ ਤਾਂ ਐਸਆਈਟੀ ਨੇ ਦੇ ਹੀ ਦਿੱਤੀ ਹੈ, ਤੁਸੀਂ ਲੈ ਲਈ ਹੈ ਜਾਂ ਦੇ ਦਿੱਤੀ ਹੈ, ਕਲੀਅਰੈਂਸ ਜੋ ਵੀ ਮਰਜ਼ੀ ਉਹਨੂੰ ਕਹੋ, ਉਹ ਵੀ ਤੁਹਾਡੇ ਸਾਹਮਣੇ ਹੈ ਕਿ ਠੀਕ ਹੈ ਜੀ ਉਸੇ ਤਰੀਕੇ ਨਾਲ। ਫਿਰ ਜਿਹੜੇ ਐਸੇ ਇਲਜ਼ਾਮ ਲਗਾਤਾਰ ਲੱਗਣਗੇ ਤੇ ਜੋ ਵਿਡਰਾ ਹੋ ਜਾਂਦੇ ਨੇ ਉੱਥੇ ਹੀ ਹੈ ਜਾਂਦਾ, ਉਦੋਂ ਬਾਅਦ ਅੱਗੇ ਇਨਵੈਸਟੀਗੇਸ਼ਨ ਕੋਈ ਨਹੀਂ ਹੋਏਗੀ, ਤਾਂ ਇਹਨੂੰ ਕਿਉਂ ਜੀ ਇਮਾਨਦਾਰੀ ਦੇ ਲੈਵਲ ਤੇ ਪਰਖਿਆ ਜਾਏਗਾ? ਕਿਹੜੇ ਪੈਮਾਨੇ ਹੋਣਗੇ ਓਨੈਸਟੀ ਦੇ ਉਸ ਪੱਧਰ ਦੇ ਉੱਤੇ? ਔਰ ਜੇ ਇੱਕ ਵਾਰ ਬੰਦਾ ਝੂਠ ਬੋਲਦਾ ਨਾ, ਜਿਹੜੀ ਪੋਲਿਟਿਕਸ ਨਾਲ ਅਸੀਂ ਗੱਲ ਕਰਦੇ ਹਾਂ, ਤੁਸੀਂ ਯੂਰਪੀਅਨ ਪੋਲਿਟਿਕਸ ਦੇਖੋ, ਬੋਰਿਸ ਜਿਹੜਾ ਸਾਡੇ ਕੋਲ ਸੀ ਜੌਨਸਨ, ਤੇ ਉਹਦੇ ਤੇ ਇਲਜ਼ਾਮ ਕੀ ਲੱਗਿਆ? ਇਲਜ਼ਾਮ ਇਹ ਲੱਗਿਆ ਸੀ ਕਿ ਤੂੰ ਕੋਵਿਡ ਦੇ ਦੌਰਾਨ ਪਾਰਟੀ ਕੀਤੀ ਹੈ ਕਿ ਨਹੀਂ, ਉਹਨੇ ਝੂਠ ਬੋਲਿਆ ਕਿ ਨਹੀਂ ਕੀਤੀ। ਤੇ ਇੱਕ ਕਮੇਟੀ ਬਣਦੀ ਹੈ 7 ਮੈਂਬਰੀ, ਜਿਹਦੇ 4 ਮੈਂਬਰ ਉਹਦੇ ਪਾਰਟੀ ਦੇ ਸੀ ਆਪਣੀ ਦੇ, ਉਹ ਕਹਿੰਦੀ ਹੈ ਕਿ ਝੂਠ ਬੋਲਿਆ, ਤੇ 10 ਦਿਨ ਲਈ ਸਸਪੈਂਡ ਹੋਣਾ ਸੀ। ਉਹਦੇ ਐਕਟ ਦੇ ਮੁਤਾਬਕ 10 ਦਿਨ ਸਸਪੈਂਡ ਹੁੰਦੇ ਨੇ ਤਾਂ ਉਹਦੇ ਏਰੀਆ ਦੇ ਬੰਦਿਆਂ ਨੂੰ ਇਹ ਹੱਕ ਮਿਲ ਜਾਂਦਾ ਹੈ ਰਾਈਟ ਟੂ ਰੀਕਾਲ ਦਾ, ਕਿ ਵੋਟਿੰਗ ਕਰਾਓ ਦੁਬਾਰਾ। ਉਹਨੇ ਇਸੇ ਤੋਂ ਡਰਦੇ ਸਾਰੇ ਕਾਸੇ ਤੋਂ ਰਿਜ਼ਾਈਨ ਕਰਤਾ। ਪ੍ਰਾਈਮ ਮਿਨਿਸਟਰ ਰਿਜ਼ਾਈਨ ਕਰਨਾ ਥੋੜੀ ਹੈ। ਅਸੀਂ ਡੈਮੋਕ੍ਰੈਟਿਕ ਵੈਲਿਊ ਸਿਸਟਮ ਕੀ ਸਿਰਜ ਰਿਹਾ ਹੈ ਸਾਰੇ ਬੰਦਿਆਂ ਦੇ ਮੁਕਾਬਲੇ, ਉਹ ਤੇ ਇਹ ਜੇ ਥੋੜਾ ਬਹੁਤ ਵੀ ਲਾ ਕੇ ਦੇਖਾਂਗੇ ਕਿਤੇ ਵੀ ਇਹਨਾਂ ਗੱਲਾਂ ਨੂੰ। ਇਸ ਕਰਕੇ ਸਵਾਲ ਕੇਵਲ ਇਹ ਨੇ ਕਿ ਜਿਹੜੇ ਅਖਲਾਕੀ ਮਿਆਰ ਨੇ ਸਾਡੇ ਜਨਤਕ ਜੀਵਨ ਦੇ ਵਿੱਚ, ਉਹ ਜਨਤਕ ਜੀਵਨ ਸਮਾਜਿਕ ਖੇਤਰ 'ਚ ਕੋਈ ਕੰਮ ਕਰਦਾ ਬੰਦਾ, ਸਿਆਸੀ ਖੇਤਰ 'ਚ ਕੋਈ ਕੰਮ ਕਰਦਾ ਬੰਦਾ, ਧਾਰਮਿਕ ਖੇਤਰ 'ਚ ਕੋਈ ਕੰਮ ਕਰਦਾ ਬੰਦਾ, ਮੈਨੂੰ ਲੱਗਦਾ ਉਹਨਾਂ ਤੇ ਸਖਤ ਪੈਮਾਨੇ ਹੋਣੇ ਚਾਹੀਦੇ ਨੇ। ਇੰਡੀਵਿਜੂਅਲ ਗਲਤੀ ਕਰਦੇ ਨੇ, ਇੰਡੀਵਿਜੂਅਲ ਫੀਲਡ 'ਚ ਜਾਂਦੇ ਨੇ ਸਾਰੀ ਦੁਨੀਆ 'ਚ, ਉਹਨੂੰ ਉਹਨਾਂ ਨਹੀਂ ਪੁੱਛਿਆ ਜਾਂਦਾ ਵੀ ਚੱਲ ਇੰਡੀਵਿਜੂਅਲ ਇਹ ਕਿਹੜਾ ਰੋਲ ਮਾਡਲ ਹੈ, ਇਹ ਕਿਹੜਾ ਇੰਨੇ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ। ਜਿਹੜੇ ਜਿੰਨੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਮਨੁੱਖ ਨੇ, ਤਾਂ ਉਹਨਾਂ ਨੂੰ ਜ਼ਰੂਰ ਉਹਨਾਂ ਤੇ ਕੋਈ ਨਾ ਕੋਈ ਇੱਕ ਥੋੜਾ ਜਿਹਾ ਸਖਤ ਨਜ਼ਰ ਸਮਾਜ ਦੀ ਵੀ ਤੇ ਕਾਨੂੰਨ ਦੀ ਵੀ ਤੇ ਸਰਕਾਰਾਂ ਦੀ ਵੀ ਹੋਣੀ ਚਾਹੀਦੀ ਹੈ। ਨਹੀਂ ਠੀਕ ਹੈ, ਡੰਗ ਟਪਾਓਗੇ, ਕਿਸੇ ਨੇ ਕੁਝ ਨਹੀਂ ਕਰਨਾ, ਉਹ ਇੱਕ ਰੰਗ ਗੱਲ ਹੈ, ਚੱਲੀ ਜਾਏਗਾ। ਉਹ ਪਹਿਲੇ ਵੀ ਕਰੀ ਜਾਂਦੇ ਸੀ, ਤੁਸੀਂ ਵੀ ਕਰੀ ਜਾਓਗੇ, ਫਰਕ ਹੀ ਆ ਫਿਰ ਲੋਕਾਂ ਦੀ ਹੋਣੀ ਤਾਂ ਉਹੀ ਰਹਿ ਗਈ ਨਾ। ਨਹੀਂ, ਮੈਂ ਥੋੜੀ ਜਿਹੀ ਐਡ ਕਰ ਦਿੰਦਾ ਇਹਦੇ ਚ ਬਈ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਕਹਿ ਕੇ ਚੱਲੀ ਸੀ ਕਿ ਵੀ ਆਰ ਏ ਪਾਰਟੀ ਵਿਦ ਡਿਫਰੈਂਸ। ਜੇ ਪਾਰਟੀ ਵਿਦ ਡਿਫਰੈਂਸ ਹੈ ਤੇ ਫਿਰ ਤੁਸੀਂ ਤਾਂ ਸਾਰਾ ਕੁਝ ਉਹੀ ਕਰ ਰਹੇ ਹੋ ਜੋ ਪਹਿਲਾਂ ਪਾਰਟੀਆਂ ਕਰਦੀਆਂ ਸੀਗੀਆਂ। ਇਹਨੂੰ ਬਦਲਾਅ ਨਹੀਂ ਕਹਿੰਦੇ। ਲੋਕਾਂ ਨੇ ਇਹ ਆਸ ਲਾ ਕੇ ਕਾਂਗਰਸ ਤੇ ਅਕਾਲੀ ਦਲ ਨੂੰ ਰਿਜੈਕਟ ਕੀਤਾ ਸੀ ਤੇ ਇਹਨਾਂ ਦੇ ਹੱਕ 'ਚ ਵੋਟ ਪਾਈ ਸੀ। ਇੱਕ ਨਵਾਂ ਢਾਂਚਾ ਸਿਰਜਣਗੇ ਹਰ ਲੈਵਲ ਤੇ ਆ ਕੇ। ਨਵਾਂ ਢਾਂਚਾ ਸਿਰਜਿਆ ਜਾਣਾ ਨਜ਼ਰ ਨਹੀਂ ਆ ਰਿਹਾ। ਢਾਂਚੇ ਦਾ ਮਤਲਬ ਹੁੰਦਾ ਕਿ ਵੈਲਿਊ ਸਿਸਟਮ ਸਾਰਾ ਟੋਟਲ। ਇਹ ਨਹੀਂ ਕਿ ਸਿਰਫ ਅਸੀਂ ਕੱਟੜ ਇਮਾਨਦਾਰ ਹੈ, ਲਓ ਜੀ ਅਸੀਂ ਆਪਣੀਆਂ ਵਾਅਦਾ ਕੀਤਾ ਸੀ ਇਹ ਪੂਰਾ ਕਰਤਾ, ਆਹ ਪੂਰਾ ਕਰਤਾ, ਨਹੀਂ। ਉਹ ਇੱਕ ਆਸਪੈਕਟ ਹੈ ਜਿਹੜੀ ਇਨ ਟੋਟੈਲਿਟੀ ਹੈ, ਜਿਹੜੀ ਇਸ ਪਾਰਟੀ ਨੇ ਵਾਅਦੇ ਕੀਤੇ ਸੀਗੇ। ਵਾਅਦਾ ਇਹ ਸੀ ਕਿ ਅਸੀਂ ਇੱਕ ਨਵਾਂ ਸਮਾਜ ਸੱਟਣਾ, ਨਵੀਂ ਵੈਲਿਊ ਸਿਸਟਮ ਸੱਟਣਾ। ਉਹ ਜਿਹੜਾ ਨਵਾਂ ਵੈਲਿਊ ਸਿਸਟਮ ਹੈ ਉਹ ਸਿਰਜਿਆ ਜਾਣਾ ਨਜ਼ਰ ਨਹੀਂ ਆ ਰਿਹਾ। ਅਲਟੀਮੇਟਲੀ ਸਾਹਮਣੇ ਸਾਡੇ ਕੋਲੇ ਸਰਬਜੀਤ ਕੌਰ ਮਾਣੂਕੇ ਦਾ ਕੇਸ ਆ ਗਿਆ, ਜਿਹੜੀ ਦੂਜੀ ਵਾਰੀ MLA ਹੈ, ਤੇ ਕੁਝ ਦਿਨਾਂ ਦੇ ਵਿੱਚ ਹੀ ਸਾਰਾ ਨਿਤਾਰਾ ਹੋ ਗਿਆ। ਹਮੀਰ ਸਿੰਘ ਜੀ, ਜਿਹੜਾ
ਪਹਿਲਵਾਨ ਕੁੜੀਆਂ ਨਾਲ ਜੁੜਿਆ ਸਭ ਤੋਂ ਅਹਿਮ ਅੱਜ ਦਾ ਮਾਮਲਾ ਸੀਗਾ, ਜਿਹਦੇ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਆ ਪੁਲਿਸ ਨੇ ਕੋਰਟ ਦੇ ਸਾਹਮਣੇ। ਇਹਨੂੰ ਕਿਵੇਂ ਦੇਖਿਆ ਤੁਸੀਂ? ਕੀ ਤਸੱਲੀ ਹੋ ਗਈ ਹੋਊਗੀ ਪਹਿਲਵਾਨ ਕੁੜੀਆਂ ਦੀ ਚਾਰਜ ਸ਼ੀਟ ਦੇ ਵਿੱਚ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਉਹ ਜਿਹੜੇ ਦੋਸ਼ ਲੱਗੇ ਸੀਗੇ ਉਹਨਾਂ ਦਾ ਕੋਈ ਜ਼ਿਕਰ ਹੈਗਾ? ਅਸਲ 'ਚ ਇੱਕ ਗੱਲ ਤਾਂ ਕਲੀਅਰ ਹੈ, ਇਹਦਾ ਮਤਲਬ ਜਿਵੇਂ ਪਹਿਲਾਂ ਆਪਾਂ ਕਹਿੰਦੇ ਸੀ ਨਾ ਕਿ ਬਰਗਾੜੀ ਮਾਮਲੇ 'ਚ ਚੀਫ ਮਿਨਿਸਟਰ ਕਹਿੰਦਾ ਸੀ ਇੰਨੇ ਤਰੀਕ ਨੂੰ ਇਹ ਹੋ ਜਾਏਗਾ। ਇਟ ਮੀਨਸ ਜੋ ਖੇਡ ਮੰਤਰੀ ਨੇ ਕਿਹਾ, ਯੂਨੀਅਨ ਸਪੋਰਟਸ ਮਿਨਿਸਟਰ ਨੇ, 19 ਤਰੀਕ ਨੂੰ ਚਾਰਜ ਸ਼ੀਟ ਫਾਈਲ ਹੋ ਗਈ। ਮਤਲਬ ਪੁਲਿਸ ਕਿਤੇ ਡਿਕਟੇਸ਼ਨ ਚੱਲ, ਪੁਲਿਸ ਪੂਰੀ ਬਰੀਫ ਕਰਦੀ ਉਹ ਇੰਨੇ 'ਚ ਦੇ ਦਾਂਗੇ, ਇੰਨੇ 'ਚ ਦੇ ਦਾਂਗੇ। ਇੰਡੀਪੈਂਡੈਂਟ ਜਾਂਚ ਤੇ ਇਹ ਗੱਲਾਂ ਪੋਲੀਟੀਕਲ ਸਟੇਟਮੈਂਟਾਂ ਦੇ ਵਿੱਚ ਡਿਫਰੈਂਸ ਨਹੀਂ ਆ ਰਿਹਾ, ਇਹ ਗੱਲ ਤਾਂ ਦਿਖਾਈ ਦਿੰਦੀ ਹੈ। ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਹੈ ਉਹਦੇ 'ਚ ਦੋ ਵੱਖ-ਵੱਖ ਪੁਆਇੰਟ ਪਹਿਲੂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਨੂੰ ਇਸ ਗੱਲ ਲਈ ਤਾਂ ਉਹਨਾਂ ਨੇ ਕੀਤਾ ਹੈ, ਮਤਲਬ ਦੋਸ਼ ਉਹਨਾਂ ਤੇ ਲਾਏ ਨੇ ਕਿ ਹਾਂ ਇਹ ਘਟਨਾਵਾਂ ਜਿਵੇਂ ਛੇੜਛਾੜ ਦੀ ਇੱਕ ਗੱਲ ਹੁੰਦੀ ਹੈ ਜਾਂ ਉਦੋਂ ਅੱਗੇ ਸਟਕਿੰਗ ਦੀ ਗੱਲ ਹੈ ਕਿ ਉਹਨੂੰ ਰੋਕਣਾ ਜਬਰੀ ਜਾਂ ਕੁਝ ਕਰਨਾ, ਤੇ ਅੱਗੇ ਉਹਦੇ 'ਚ ਜਿਹੜੀਆਂ ਇਹ 354 ਹੈ, 354 ਡੀ ਦੇ ਵਿੱਚ 3 ਸਾਲ ਤੱਕ ਦੀ ਸਜ਼ਾ ਜਾਂ ਹੋਰ, ਇਹ 3 ਧਾਰਾਵਾਂ ਉਹਨਾਂ ਤੇ ਲਾਈਆਂ ਨੇ। ਪਰ ਜਿਹੜੀ ਉਹ ਇੱਕ ਨਾਬਾਲਗ ਪਹਿਲਵਾਨ ਦੀ ਗੱਲ ਸੀ ਪੋਕਸੋ ਐਕਟ ਦੇ ਤਹਿਤ, ਉਹ ਉਹਨਾਂ ਨੇ ਕਹਿਤਾ ਕਿ ਇਹ ਨਹੀਂ, ਸਬੂਤਾਂ ਦੀ ਅਣਹੋਂਦ ਦੇ ਵਿੱਚ ਇਹ ਸਾਈਡ ਕੈਂਸਲ ਕੀਤੀ ਜਾਣੀ ਚਾਹੀਦੀ ਹੈ FI ਦੇ। ਮਤਲਬ ਉਹ ਇੱਕ ਸਾਈਡ ਦਾ ਜਿਹੜਾ ਵੱਡਾ ਮਾਮਲਾ ਸੀ ਅਸਲ 'ਚ, ਜਿਸ ਤੁਰੰਤ ਅਰੈਸਟ ਦੀ ਗੱਲ ਜਾਂ ਬਾਕੀ ਚੀਜ਼ਾਂ ਸੀ, ਉਹ 'ਚ ਉਹਨੂੰ ਰਿਲੀਫ ਉਸ ਪੱਧਰ ਦੇ ਉੱਤੇ ਮਿਲ ਗਈ। ਔਰ ਸੱਚਾਈ ਕਿੰਨੀ ਹੈ ਨਹੀਂ ਹੈ ਹੁਣ ਉਹ ਤੋਂ ਬਾਅਦ ਦੇ ਕੁਐਸਚਨ ਨੇ, ਤੇ ਕੋਰਟ ਦੇ ਵਿੱਚ ਇਹ ਗੱਲ ਚਲੀ ਗਈ ਹੈ। ਹੁਣ ਇਹ ਕੇਸ ਵੀ ਕਿੰਨਾ ਕੁ ਜਾਏਗਾ? ਔਰ ਕਈ ਲੋਕ ਇਹ ਵੀ ਕਹਿੰਦੇ ਨੇ ਉਧਰੋਂ ਵੀ ਚਲੋ ਜੀ ਉਹ ਇਲੈਕਸ਼ਨ ਤਾਂ ਨਹੀਂ ਲੜ ਸਕੂਗਾ ਘੱਟੋ ਘੱਟ, ਆ ਜਿਹੜੀ ਚੱਲ ਰਹੀ ਹੈ ਹੁਣ ਜਿਹੜੀ ਰੈਸਲਿੰਗ ਸੰਸਥਾ ਦੀ, ਪਰ ਉਹ ਤਾਂ ਹੁਣ ਹੀ ਨਹੀਂ ਲੜ ਸਕਦਾ ਕਿਉਂਕਿ ਉਹਦੀ ਰੂਲ ਰੈਗੂਲੇਸ਼ਨ ਇਹ ਨੇ ਕਿ 12 ਸਾਲ ਤੋਂ ਬਾਅਦ 3 ਟਰਮਾਂ ਤੋਂ ਬਾਅਦ ਨਹੀਂ ਲੜ ਸਕਦਾ। 3 ਟਰਮਾਂ ਆਲਰੇਡੀ ਹੋਈਆਂ ਨੇ, ਇਹਦੇ 'ਚ ਕੋਈ ਸਰਕਾਰ ਦਾ ਜਾਂ ਕਿਸੇ ਦਾ ਕੋਈ ਲਾਗਾ ਦੇਗਾ ਨਹੀਂ ਹੈ ਉਸ ਮਾਮਲੇ ਦੇ ਵਿੱਚ। ਤੇ ਇਹਦੇ 'ਚ ਇੱਕ ਗੱਲ ਜ਼ਰੂਰ ਹੈ, ਜੇਕਰ ਸੀਰੀਅਸਲੀ ਅਦਾਲਤਾਂ ਜਾਂ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਜ਼ ਕਿਸ ਤਰ੍ਹਾਂ ਲੈਂਦੀਆਂ ਨੇ ਕੇਸਾਂ ਨੂੰ, ਇਹਦੇ ਤੇ ਰਿਐਕਸ਼ਨ ਆਇਆ ਜਿਹੜਾ ਰਣਦੀਪ ਸੁਰਜੇਵਾਲਾ ਦਾ ਕਾਂਗਰਸ ਵੱਲੋਂ, ਕਿ ਇਹ ਚਲਾਨ ਇਹ ਪੇਸ਼ ਕਰਦਾ ਦਿੱਲੀ ਪੁਲਿਸ ਦਾ, ਲੱਗਦਾ ਹੈ ਕਿ ਹੁਣ ਸਲੋਗਨ ਬਦਲ ਦੇਣਾ ਚਾਹੀਦਾ ਹੈ, ਬੇਟੀ ਡਰਾਓ ਬ੍ਰਿਜ ਬਚਾਓ। ਮਤਲਬ ਉਹਦਾ ਇਹ ਸਲੋਗਨ ਉਹਨੇ ਕਮੈਂਟ ਇਮੀਡੀਏਟ ਦਿੱਤਾ। ਹਜੇ ਪਹਿਲਵਾਨਾਂ ਦਾ ਕਮੈਂਟ ਆਉਣਾ ਹੈ ਕਿ ਉਹਨਾਂ ਨੇ ਹੁਣ ਇਸ ਤੋਂ ਬਾਅਦ, ਕਿਉਂਕਿ ਕਿਹਾ ਗਿਆ ਸੀ ਨਾ 15 ਤੱਕ ਅਸੀਂ ਵੀ ਵੇਟ ਕਰਾਂਗੇ, ਉਦੋਂ ਤੱਕ ਸਟਰਗਲ ਸਸਪੈਂਡ ਕਰਦੇ ਹਾਂ, ਖਾਪ ਪੰਚਾਇਤਾਂ ਕੀ ਕਹਿੰਦੀਆਂ ਨੇ, ਇਹ ਇਸ ਤੋਂ ਬਾਅਦ ਦਾ ਰਿਐਕਸ਼ਨ ਅਜੇ ਆਉਣਾ ਹੈ। ਪਰ ਜੇ ਇਹਨੂੰ ਪੰਜਾਬ ਦੇ ਤੁਸੀਂ ਇੱਕ ਮੈਂ ਇੰਸਟੈਂਸ ਨਾਲ ਜੋੜ ਕੇ ਗੱਲ ਕਰਨਾ ਚਾਹੁੰਦਾ, KPS ਗਿੱਲ ਉਦੋਂ ਦੇ ਸੁਪਰ ਕਾਪ ਜੀ ਤੋਂ ਪੋਲੀਟੀਕਲ ਲੀਡਰ ਵੀ ਦਹਿਸ਼ਤ ਸੀ, ਸਾਰੀਆਂ ਚੀਜ਼ਾਂ ਸੀ। ਇੱਕ ਵਾਰ ਰਾਤ ਨੂੰ ਸ਼ਰਾਬ ਪੀ ਕੇ ਇੱਕ ਪਾਰਟੀ ਦੇ ਵਿੱਚ ਉਦੋਂ ਦੀ ਸੀਨੀਅਰ IAS ਅਫਸਰ ਰੂਪਨਦੇਵ ਬਜਾਜ ਦੇ ਨਾਲ ਉਹਨਾਂ ਨੇ ਇੱਕ ਇਹੋ ਜਿਹਾ ਦੁਰਵਿਵਹਾਰ ਵਾਲੀ ਗੱਲ ਹੋਈ ਥੋੜੀ, ਜਿਹੜੀ ਕੀਤੀ ਥੋੜੀ ਬਾਅਦ ਉਹਨਾਂ ਨੇ ਸਟੈਂਡ ਲਿਆ ਤੇ KPS ਗਿੱਲ ਕਨਵਿਕਟ ਹੋਏ ਉਸ ਮਾਮਲੇ ਦੇ ਵਿੱਚ ਜਾ ਕੇ। ਉਨੀ ਇੱਕ ਮੋਡੈਸਟੀ ਦਾ ਜਿਹੜਾ ਔਰਤ ਦੀ ਕੁਐਸਚਨ ਹੈ ਨਾ ਕਿ ਤੁਸੀਂ ਉਹਦੇ ਨਾਲ ਕਿਵੇਂ ਕੀ ਡੀਲ ਕਰਨਾ, ਕਿਵੇਂ ਨਹੀਂ, ਉਸ ਲੈਵਲ ਦੇ ਉੱਤੇ ਕਰਨਾ, ਤੇ ਉਸ ਪੱਧਰ ਦਾ ਆਦਮੀ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਬ੍ਰਿਜ ਭੂਸ਼ਣ ਸਿੰਘ ਹੈ ਇਹ KPS ਗਿੱਲ ਨਾਲੋਂ ਨਹੀਂ ਇੰਡੀਅਨ ਸਟੇਟ ਦਾ ਚੇਤਾ ਹੋ ਸਕਦਾ ਨਾ। ਉਦੋਂ ਤਾਂ ਜ਼ਿਆਦਾ, ਉਦੋਂ ਤਾਂ ਉਹ ਹੀ ਸੀ ਨਾ ਸਾਰੇ ਕਿਸੇ ਮਾਮਲੇ ਦੇ ਵਿੱਚ ਜੇਕਰ। ਔਰ ਮੈਨੂੰ ਲੱਗਦਾ ਅਗਲੀਆਂ ਗਵਰਨਰੀਆਂ ਮਾਨਣੀਆਂ ਫਲਾਨਾ, ਸ਼ਾਇਦ ਉਹ ਇੱਕ ਕੇਸ ਸੀ, ਚਾਹੇ ਜੇਲ੍ਹ ਨਹੀਂ ਭੇਜਿਆ ਅਦਾਲਤ ਨੇ ਉਦੋਂ, ਪਰ ਕਨਵਿਕਸ਼ਨ ਕਰਤੀ ਸੀ ਕਿ ਹਾਂ ਇਹ ਦੋਸ਼ੀ ਹੈ ਉਸ ਲੈਵਲ ਦੇ ਉੱਤੇ। ਜੇਕਰ ਇਸ ਲੈਵਲ ਦੀਆਂ ਚੀਜ਼ਾਂ ਵਾਪਰਦੀਆਂ ਰਹਿਣ ਮੇਰੇ ਖਿਆਲ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਘੱਟੋ ਘੱਟ ਕੁਝ ਡੈਟਰੈਂਟ ਹੁੰਦਾ ਫਿਰ ਵੀ ਹਾਂ ਕਿਤੇ ਹੋ ਸਕਦਾ। ਨਹੀਂ ਤਾਂ ਬੰਦਾ ਆਪਣੇ ਮਜੇ ਨਾਲ ਆਪਣੇ ਤਰੀਕੇ ਉਸ ਲੈਵਲ ਤੇ ਚੱਲਦਾ, ਤਾਂ ਮੂਵਮੈਂਟ ਦੀ ਮੋਡੈਸਟੀ ਦਾ ਕੁਐਸਚਨ, ਸਿਕਿਉਰਿਟੀ ਦੇ ਕੁਐਸਚਨ, ਇਹ ਬੜੇ ਵੱਡੇ ਸਵਾਲ ਸਾਡੇ ਸਾਹਮਣੇ ਖੜੇ ਹੋਣਗੇ ਫਿਊਚਰ ਦੇ ਵਿੱਚ। ਤੁਸੀਂ ਠੀਕ ਕਹਿ ਰਹੇ ਹੋ, KPS ਗਿੱਲ ਜੇ ਕਨਵਿਕਟ ਨਾ ਹੁੰਦਾ ਤਾਂ ਕਈ ਜਗ੍ਹਾ ਗਵਰਨਰ ਵਜੋਂ ਜਾਂ ਕਿਧਰੇ ਹੋਰ ਐਡਜਸਟਮੈਂਟਸ ਸਲਾਹਕਾਰ ਵਜੋਂ ਬੰਦਾ ਆਖਰੀ ਸਾਹ ਲੈਣ ਤੱਕ ਇਹੋ ਜਿਹੇ ਵਿਅਕਤੀ ਨੂੰ ਸਰਕਾਰਾਂ ਅਬਲਾਈਜ਼ ਕਰਦੀਆਂ ਰਹਿੰਦੀਆਂ ਨੇ, ਤੇ ਖੈਰ ਉਹਨੂੰ ਗੁੰਮਨਾਮੀ ਦੀ ਜ਼ਿੰਦਗੀ ਆਖਰੀ ਦਿਨਾਂ ਛਡਾਉਣੀ ਪਈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।